हाँ जी प्रोग्रेस आ गया, प्रोग्रेस आ गया सुरजीत दी प्रोग्रेस रिकॉर्डिंग। हाँ ठीक है, हाँ जी चल ठीक है मैं कर दी। हाले तुसी बंद कर लो रिकॉर्डिंग, क्योंकि हाले असी गल्लां करदे पए हैं ना, चंगा नहीं लगदा। ਉਹ मैं कित्थों बंद करा? आप पॉज कर दे। हाँ पॉज कर, पॉज नू ठीक कर दे। हो गया चलो। हाँ जी ਅੱਜ ਦੀ ਇਸ ਵਰਚੁਅਲ ਮਿਲਣੀ ਵਿੱਚ ਆਪ ਸਭ ਦੋਸਤਾਂ ਦਾ ਸਵਾਗਤ ਹੈ। ਸੰਕਟ ਕਾਲ ਵਿੱਚ ਅਸੀਂ ਸ਼ਾਇਦ ਇੱਕ ਦੂਜੇ ਤੋਂ ਬਹੁਤ ਦੂਰ ਚਲੇ ਜਾਂਦੇ ਜੇ ਗੂਗਲ ਤੇ ਜ਼ੂਮ ਵਰਗੇ ਐਪ ਸਾਡੇ ਕੋਲ ਨਾ ਹੁੰਦੇ। ਅੱਜ ਦੇਸ਼ ਵਿਦੇਸ਼ ਦੇ ਕਵੀ ਜਨ ਇਸ ਮਿਲਣੀ ਵਿੱਚ ਸ਼ਾਮਲ ਹੋਏ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਬਾਰੇ ਥੋੜਾ ਜਿਹਾ ਦੱਸਦੇ ਹਾਂ ਕਿ ਇਹ ਰਮਿੰਦਰ ਰਮੀ ਵਾਲੀਆ ਜੀ ਦੀ WhatsApp ਗਰੁੱਪ ਹੈ ਜਿਸ ਵਿੱਚ ਇਹਨਾਂ ਨੇ ਬਹੁਤ ਹੀ ਮਿਹਨਤ ਨਾਲ ਚੁਣ ਕੇ ਹੀਰੇ ਜਮ੍ਹਾਂ ਕੀਤੇ ਹੋਏ ਨੇ। ਇਸ ਗਰੁੱਪ ਨੇ ਅੱਜ ਤੱਕ ਬਹੁਤ ਸਾਰੀਆਂ ਕਾਵਿ ਮਿਲਣੀਆਂ ਕਰਵਾਈਆਂ ਨੇ ਜਿਸ ਵਿੱਚ ਬਹੁਤ ਸਾਰੇ ਬੁੱਧੀਜੀਵੀ ਤੇ ਕਵੀ ਜੁੜ ਚੁੱਕੇ ਹਨ। ਇਸ ਦਾ ਸਾਰਾ ਸਿਹਰਾ ਜਿਹੜਾ ਹੈ ਉਹ ਰਮਿੰਦਰ ਵਾਲੀਆ ਜੀ ਨੂੰ ਹੀ ਜਾਂਦਾ ਹੈ। ਇਹ ਆਪ ਵੀ ਕਵਿਤਾ ਲਿਖਦੇ ਹਨ ਤੇ ਦੂਜਿਆਂ ਨੂੰ ਉਤਸ਼ਾਹਿਤ ਵੀ ਕਰਦੇ ਹਨ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਰਮਿੰਦਰ ਜੀ ਤੁਸੀਂ ਸਾਰੇ ਕਵੀਆਂ ਨੂੰ ਜੋੜ ਕੇ ਰੱਖਿਆ ਹੈ। ਸ਼ਾਇਦ ਇੰਨੀ ਮਿਹਨਤ ਹੋਰ ਕੋਈ ਨਾ ਕਰ ਸਕਦਾ ਜਿੰਨੀ ਮਿਹਨਤ ਤੁਸੀਂ ਇਸ ਕਾਵਿ ਮਿਲਣੀ ਨੂੰ ਜੋੜਨ ਦੇ ਲਈ ਤੁਸੀਂ ਹਮੇਸ਼ਾ ਕਰਦੇ ਹੋ। ਤੇ ਆਪ ਜੀ ਤੇ ਕਵੀਆਂ ਦੇ ਵਿਚਕਾਰ ਬਹੁਤ ਚਿਰ ਨਾ ਠਹਿਰਦੀ ਹੋਈ ਅੱਜ ਦੇ ਕਵੀ ਦਰਬਾਰ ਦੀ ਸੰਚਾਲਨਾ ਲਈ ਮੈਂ ਹਰਜਸਪ੍ਰੀਤ ਗਿੱਲ ਨੂੰ ਸੱਦਾ ਦਿੰਦੀ ਹਾਂ। ਇਹਨਾਂ ਨੂੰ ਅਸੀਂ ਪਿਆਰ ਨਾਲ ਪ੍ਰੀਤ ਗਿੱਲ ਕਹਿ ਕੇ ਬੁਲਾਉਂਦੇ ਹਾਂ। ਪ੍ਰੀਤ ਜੀ ਆਪ ਇੱਕ ਲੇਖਕ, ਟੀਵੀ ਐਂਕਰ, ਰੇਡੀਓ ਹੋਸਟ ਹਨ ਤੇ ਬਹੁਤ ਸਾਰੇ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਤੇ ਸਾਡੇ ਬਹੁਤ ਪਿਆਰੇ ਦੋਸਤ ਹਨ। ਪ੍ਰੀਤ ਜੀ ਸਾਰੀ ਹੁਣ ਕਾਰਵਾਈ ਤੁਹਾਡੇ ਹਵਾਲੇ ਕਰਦੀ ਹਾਂ ਤੇ ਮੈਨੂੰ ਆਗਿਆ ਦਿਓ। ਤੇ ਸਾਰੇ ਕਵੀਆਂ ਨੂੰ ਗੁਜ਼ਾਰਿਸ਼ ਹੈ ਕਿ ਕਾਵਿ ਮਿਲਣੀ ਦਾ ਆਨੰਦ ਮਾਣਨ ਲਈ ਤੁਸੀਂ ਆਪਣੇ ਆਪ ਨੂੰ ਸਾਰੇ ਮਿਊਟ ਰੱਖਣਾ ਤਾਂ ਕਿ ਤੁਸੀਂ ਤੁਹਾਡੀ ਕੋਈ ਡਿਸਟਰਬੈਂਸ ਨਾ ਹੋਏ ਕਿਉਂਕਿ ਕਵਿਤਾ ਬਹੁਤ ਮਲੂਕ ਹੁੰਦੀ ਹੈ। ਜੇ ਉਹਦੇ ਵਿੱਚ ਕੋਈ ਮਾੜੀ ਜਿਹੀ ਵੀ ਡਿਸਟਰਬੈਂਸ ਹੋ ਜਾਏ ਤੇ ਉਹ ਕਵਿਤਾ ਦਾ ਆਨੰਦ ਨਹੀਂ ਆਉਂਦਾ। ਸੋ ਪਲੀਜ਼ ਸਾਰੇ ਜਣੇ ਮਿਊਟ ਕਰ ਲਓ ਆਪਣੇ ਆਪ ਨੂੰ ਤੇ ਕੋਈ ਵੀ ਬੋਲੇ ਨਹੀਂ ਵਿੱਚ ਬੋਲਣ ਦੀ ਕੋਸ਼ਿਸ਼ ਨਾ ਕਰੇ ਬਿਲਕੁਲ। ਤੇ ਪ੍ਰੀਤ ਜੀ ਆਪੇ ਹੀ ਹੁਣ ਬਾਕੀ ਸਾਰਾ ਸੰਭਾਲ ਲੈਣਗੇ। ਸਵਾਗਤ ਹੈ ਪ੍ਰੀਤ ਜੀ ਤੁਹਾਡਾ ਤੇ ਰਮਿੰਦਰ ਜੀ ਤੁਹਾਡਾ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਬਹੁਤ ਧੰਨਵਾਦ ਸਰਜੀਤ ਜੀ। ਬਹੁਤ ਹੀ ਥੋੜੇ ਛੋਟੇ ਤੇ ਬਹੁਤ ਗਹਿਰੇ ਤੇ ਵਧੀਆ ਸ਼ਬਦਾਂ ਨਾਲ ਤੁਸੀਂ ਜਿਹੜਾ ਸਾਡੀ ਸ਼ੁਰੂਆਤ ਕੀਤੀ ਹੈ। ਤੇ ਸਰਜੀਤ ਜੀ ਤੇ ਰਮਿੰਦਰ ਵਾਲੀਆ ਜੀ ਬਾਰੇ ਤੁਸੀਂ ਦੱਸ ਹੀ ਦਿੱਤਾ ਕਿ ਇਹ ਜਿਹੜਾ ਕਾਫੀ ਮਹੀਨਿਆਂ ਤੋਂ ਇਹ ਚੱਲ ਰਹੀ ਜਿਹੜੀ ਕਾਵਿ ਮਿਲਣੀ ਹੈ ਤੇ ਉਹਦੇ ਵਿੱਚ ਮੈਂ ਫਸਟ ਟਾਈਮ ਸ਼ਿਰਕਤ ਕਰ ਰਹੀ ਹਾਂ। ਸਰਜੀਤ ਜੀ ਤੇ ਰਮਿੰਦਰ ਵਾਲੀਆ ਜੀ ਦਾ ਕੋਈ ਨਾਂ ਹੈ ਜਿਹੜਾ ਹੁਣ ਮੇਰਾ ਖਿਆਲ ਹੈ ਸਾਹਿਤਕ ਖੇਤਰ ਦੇ ਵਿੱਚ ਕੋਈ ਇਹ ਨਹੀਂ ਕਿ ਅਣਜਾਣ ਹੈ। ਸਾਰੇ ਬਹੁਤ ਖੂਬੀ ਜਾਣਦੇ ਨੇ। ਬਹੁਤ ਹੀ ਇਹ ਸਮਾਜ ਸੇਵਕ ਲੇਖਕ ਸਰਜੀਤ ਜੀ ਵੀ ਬਹੁਤ ਅੱਛੇ ਸਾਡੇ ਜਿਹੜੇ ਹੈਗੇ ਆ ਕੈਨੇਡਾ ਦੇ ਖਾਸ ਕਰਕੇ ਬਹੁਤ ਹੀ ਨਾਮਵਰ ਲੇਖਕਾਂ ਨੇ। ਸੋ ਤੁਹਾਡਾ ਬਹੁਤ ਧੰਨਵਾਦ ਅੱਜ ਮੈਨੂੰ ਇਹ ਮੌਕਾ ਦੇਣ ਦਾ। ਜਿਹੜੀ ਇਹ ਸਾਡੀ ਕਾਵਿ ਮਿਲਣੀ ਹੈ ਇਹਦੇ ਵਿੱਚ ਸਾਡੇ ਅੱਜ ਵਿਸ਼ੇਸ਼ ਮਹਿਮਾਨ ਹੈ ਜਿਹੜੇ ਉਹਨਾਂ ਦੇ ਵਿੱਚ ਨੀਲਮ ਬਸ਼ੀਰ ਜੀ ਨੇ ਤੇ ਸਾਡੇ ਇੱਥੋਂ ਦੇ ਜਿਹੜੇ ਰਸ਼ਪਾਲ ਗਿੱਲ ਜੀ ਤੇ ਇੰਜੀਨੀਅਰ ਕਰਮਜੀਤ ਨੂਰ ਜੀ ਤੇ ਬਲਵਿੰਦਰਜੀਤ ਕੌਰ ਭੱਟੀ ਜੀ ਪਟਿਆਲਾ ਤੋਂ ਸਾਡੇ ਦਰਮਿਆਨ ਨੇ। ਤੇ ਸਾਡੇ ਜਿਹੜੇ ਹੋਰ ਕਵੀ ਜਨ ਹੈ ਉਹ ਵੀ ਸਾਡੇ ਨਾਲ ਜਿਹੜੇ ਹਾਜ਼ਰ ਹੋ ਚੁੱਕੇ ਹੈ। ਉਹਨਾਂ ਦਾ ਨਾਮ ਮੈਂ ਵਾਰ ਜਿਹੜਾ ਹੈਗਾ ਟਾਈਮ ਟੂ ਟਾਈਮ ਲੈਂਦੀ ਰਹੂੰਗੀ ਪਰ ਜਿਹੜੀ ਸ਼ੁਰੂਆਤ ਹੈ ਅਸੀਂ ਅੱਜ ਜਿਹੜੀ ਕਰਨੀ ਜਾ ਰਹੇ ਹਾਂ ਉਹ
ਅੱਜ ਸਾਵਣ ਦੇ ਮਹੀਨਾ ਹੈਗਾ ਤੇ ਕਵਿਤਾ ਵੈਸੇ ਕਿਸੇ ਵੀ ਤਰ੍ਹਾਂ ਦੀ ਅਸੀਂ ਬੋਲ ਸਕਦੇ ਹਾਂ, ਪਰ ਸਾਵਣ ਦੇ ਮਹੀਨੇ ਨੂੰ ਸ਼ਾਇਦ ਸਮਰਪਿਤ ਹੈ। ਰਮਿੰਦਰ ਜੀ ਇਹ ਹਾਂਜੀ। ਸਰਜੀਤ ਜੀ ਨੇ ਦੱਸਿਆ ਨੇ ਆਪਣਾ ਜਿਹੜਾ ਮੈਂ ਕਿ ਜਿਹੜੇ ਮਰਜ਼ੀ ਵਿਸ਼ੇ ਤੇ ਬੋਲ ਲਓ, ਵੈਸੇ ਸਾਵਣ ਦਾ ਨਹੀਂ, ਜਿਹੜੇ ਮਰਜ਼ੀ ਵਿਸ਼ੇ ਤੇ ਜਿਹੜੇ ਬੋਲੋ, ਮਰਜ਼ੀ ਕਿਉਂਕਿ ਵਿਸ਼ੇ ਤੇ ਫਿਰ ਨਾ ਜਿਹਨੇ ਬੋਲਣੀ ਹੈ ਸਾਵਨ ਤੇ ਬੋਲ ਲੈ, ਅਦਰਵਾਈਜ਼ ਜਿਵੇਂ ਹਾਂਜੀ ਅਦਰਵਾਈਜ਼ ਕੋਈ ਵੀ ਕੋਈ ਕਵਿਤਾ ਕਿਸੇ ਤੁਸੀਂ ਵੀ ਵਿਸ਼ੇ ਤੇ ਅੱਜ ਹਾਂਜੀ। ਕਰ ਸਕਦੇ ਹੋ। ਤੇ ਮੈਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਮਨ ਧੀਰ ਜੀ ਜਿਹੜੇ ਸਾਡੇ ਉਹ ਕਹਿੰਦੇ ਸੀਗੇ ਕਿ ਸਾਨੂੰ ਥੋੜਾ ਜਿਹਾ ਪਹਿਲਾਂ ਲਿਓ ਅਮਨਦੀਪ ਤੇ ਸਿੰਘ ਜੀ, ਹਾਂਜੀ। ਹਾਂਜੀ, ਉਹਨਾਂ ਨੂੰ ਪਹਿਲਾਂ ਮੈਂ ਕਹਾਂਗੀ ਕਿ ਉਹ ਆਪਣੀ ਥੋੜੀ ਇੰਟਰੋਡਕਸ਼ਨ ਵੀ ਦੇਣਗੇ ਤੇ ਨਾਲ ਉਹ ਆਪਣੀ ਕਵਿਤਾ ਬੋਲਣ ਤੇ ਸਾਡੇ ਚ ਹਾਜ਼ਰ ਹੋਣ ਪਲੀਜ਼। ਉਹਨਾਂ ਦੀ ਇੰਟਰੋਡਕਸ਼ਨ। ਵੈਲਕਮ ਅਮਨਵੀਰ ਜੀ, ਦੱਸੋ ਸਭ ਤੋਂ ਅਮਨਵੀਰ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਸਮੂਹ ਸ਼ਖਸੀਅਤਾਂ ਦੇ ਅੱਜ ਦੇ ਇਸ ਕਾਬ ਮਿਲਨੀ ਵਿੱਚ ਦਰਸ਼ਨ ਕਰਵਾਉਣ ਤੇ ਰਮਿੰਦਰ ਵਾਲੀਆ ਜੀ ਦਾ ਮੈਂ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਇਸ ਮੰਚ ਤੇ ਉਹਨਾਂ ਨੇ ਅੱਜ ਮੈਨੂੰ ਆਪਣੀਆਂ ਕੁਝ ਦਿਲ ਦੇ ਜਜ਼ਬਾਤ, ਕੁਝ ਰਚਨਾ ਰੱਖਣ ਦਾ ਮੌਕਾ ਦਿੱਤਾ। ਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ, ਬਸ ਇੱਕ ਅੱਜ ਮੈਂ ਰਚਨਾ ਜਿਹੜੀ ਬੋਲਣ ਜਾ ਰਿਹਾ ਹਾਂ, ਸ਼ਾਇਦ ਮੈਨੂੰ ਪਤਾ ਨਹੀਂ ਕਵਿਤਾ ਕਹਿ ਸਕਾਂ ਕਿ ਕੀ ਕਹਿ ਸਕਾਂ, ਪਰ ਮੈਨੂੰ ਆਪਣੇ ਦਿਲ ਦੇ ਜਜ਼ਬਾਤ ਉਹ ਮੈਂ ਆਪ ਜੀ ਨਾਲ ਸਾਂਝੇ ਕਰਨੇ ਨੇ। ਕਿਉਂਕਿ ਜਿਵੇਂ ਵਾਲੀਆ ਜੀ ਨੂੰ ਮੈਂ ਅੱਗੇ ਜ਼ਿਕਰ ਕੀਤਾ ਸੀ ਕਿ ਥੋੜੇ ਦਿਨ ਪਹਿਲਾਂ ਹੀ ਮੇਰੇ ਫਾਦਰ ਸਾਹਿਬ ਦੇ ਐਕਸਪਾਇਰ ਹੋਏ ਸੀ, ਤੇ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੀ ਆ ਜੋ ਮਨਾਂ ਤੇ ਬੀਤਦੀ ਆ, ਤੇ ਉੱਪਰੋਂ ਜਿਹੜਾ ਪੁੱਤ ਪ੍ਰਦੇਸ਼ 'ਚ ਬੈਠਾ ਹੋਵੇ ਤੇ ਇਸ ਕੋਵਿਡ ਦੇ ਦਰਮਿਆਨ ਉਹ ਆਪਣੇ ਲਾਸਟ ਛਿਣਾਂ ਵਿੱਚ ਆਪਣੇ ਬਾਪ ਦੇ ਦਰਸ਼ਨ ਨਾ ਕਰ ਸਕਿਆ ਹੋਵੇ ਤੇ ਉਹਨੂੰ ਮੋਢਾ ਨਾ ਦੇ ਸਕਿਆ ਹੋਵੇ ਤੇ ਉਹਦੇ ਗਲਵੱਕੜੀ ਨਾ ਅਖੀਰ ਟਾਈਮ ਤੇ ਪਾ ਸਕਿਆ ਹੋਵੇ, ਤੇ ਉਹ ਜਜ਼ਬਾਤ ਜਿਵੇਂ ਜੋ ਪਰੋਏ ਸ਼ਬਦਾਂ ਵਿੱਚ ਉਹ ਆਪ ਜੀ ਦੇ ਰੂਬਰੂ ਕਰਨਾ ਚਾਹੁੰਦਾ। ਇਜਾਜ਼ਤ ਦਿਓ ਜੀ, ਬਹੁਤ ਧੰਨਵਾਦ ਤੁਹਾਡਾ। ਹਾਂਜੀ ਅਮਨਦੀਪ ਜੀ। ਇੱਕ ਪੁੱਤ ਦੀ ਜਿਹੜੀ ਵਿਰਾਗ 'ਚ ਆਪਣੇ ਬਾਪ ਨੂੰ ਅਖੀਰੀ ਟਾਈਮ ਤੇ ਜੋ ਉਹ ਲਿਖਦਾ, ਉਹ ਮੈਂ ਪੇਸ਼ ਕਰ ਰਿਹਾ ਜੀ। ਮੁਆਫ ਕਰੀ ਮੈਂ ਪੁੱਤਾਂ ਵਾਲਾ, ਫਰਜ਼ ਨਿਭਾਇਆ ਨਾ, ਆਖਿਰ ਸਮੇਂ ਜੋ ਬਾਪੂ ਤੇਰੇ ਕੋਲ ਮੈਂ ਆਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ, ਫਰਜ਼ ਨਿਭਾਇਆ ਨਾ, ਆਖਿਰ ਸਮੇਂ ਜੋ ਬਾਪੂ ਤੇਰੇ ਕੋਲ ਮੈਂ ਆਇਆ ਨਾ। ਪਲਾਂ ਦੇ ਵਿੱਚ ਹੀ ਕਾਥੋਂ ਸਾਥੋਂ ਦੂਰ ਹੋ ਗਿਆ ਏ, ਦਿਆਂ ਆਵਾਜ਼ਾਂ ਕਿਹੜੀ ਗੂੜੀ ਨੀਂਦ ਸੌਂ ਗਿਆ ਏ। ਪਲਾਂ ਦੇ ਵਿੱਚ ਹੀ ਕਾਥੋਂ ਸਾਥੋਂ ਦੂਰ ਹੋ ਗਿਆ ਏ, ਦਿਆਂ ਆਵਾਜ਼ਾਂ ਕਿਹੜੀ ਗੂੜੀ ਨੀਂਦ ਸੌਂ ਗਿਆ ਏ। ਅਜੇ ਤਾਂ ਤੇਰਾ ਰੱਤੀ ਪਰ ਵੀ ਕਰਜ਼ ਚੁਕਾਇਆ ਨਾ, ਮਾਫ ਕਰੀ ਮੈਂ ਪੁੱਤਾਂ ਵਾਲਾ, ਫਰਜ਼ ਨਿਭਾਇਆ ਨਾ। ਕਰਕੇ ਪਸੀਨਾ ਇੱਕ ਸੀ ਪਾਲਿਆ ਤੂੰ ਮੈਨੂੰ, ਆਪਣੇ ਹਿੱਸੇ ਦਾ ਵੀ ਰਿਜ਼ਕ ਖਵਾਲਿਆ ਤੂੰ ਮੈਨੂੰ। ਕਰਕੇ ਖੂਨ ਪਸੀਨਾ ਇੱਕ ਸੀ ਪਾਲਿਆ ਤੂੰ ਮੈਨੂੰ, ਆਪਣੇ ਹਿੱਸੇ ਦਾ ਵੀ ਰਿਜ਼ਕ ਖਵਾਲਿਆ ਤੂੰ ਮੈਨੂੰ। ਪਰ ਮੈਂ ਸਰਵਣ ਪੁੱਤ ਬਣ ਕੋਈ ਕਰਮ ਕਮਾਇਆ ਨਾ,
माफ करी मैं पुत्तां वाला फर्ज निभाया ना। लोचदा होवेगा मिलने नू ਜਾਂਦੀ ਵਾਰੀ ਤੂੰ, ਕਿਉਂ ਮਿਲਣੇ ਤੋਂ ਪਹਿਲਾਂ ਮੌਤ ਤੋਂ ਬਾਜੀ ਹਾਰੀ ਤੂੰ। ਲੋਚਦਾ ਹੋਵੇਗਾ ਮਿਲਣੇ ਨੂੰ ਜਾਂਦੀ ਵਾਰੀ ਤੂੰ, ਕਿਉਂ ਮਿਲਣੇ ਤੋਂ ਪਹਿਲਾਂ ਮੌਤ ਤੋਂ ਬਾਜੀ ਹਾਰੀ ਤੂੰ। ਪਰਤੂੰਗਾ ਹੁਣ ਘਰ ਆਪਣੇ ਤੇਰਾ ਲੱਭਣਾ ਸਾਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ ਫਰਜ਼ ਨਿਭਾਇਆ ਨਾ। ਤੇਰੇ ਕਰਕੇ ਸਿਰ ਉੱਤੇ ਸਾਡੇ ਫਿਕਰ ਕੋਈ ਨਾ ਸੀ, ਤੇਰੇ ਹੁੰਦਿਆਂ ਸਾਡੀ ਕਦੇ ਵੀ ਅੱਖ ਨਾ ਰੋਈ ਸੀ। ਤੇਰੇ ਕਰਕੇ ਸਿਰ ਉੱਤੇ ਸਾਡੇ ਫਿਕਰ ਨਾ ਕੋਈ ਸੀ, ਤੇਰੇ ਹੁੰਦਿਆਂ ਸਾਡੀ ਕਦੇ ਵੀ ਅੱਖ ਨਾ ਰੋਈ ਸੀ। ਰੋਂਦਿਆਂ ਛੱਡ ਗਿਓ ਅੱਜ ਕਿਉਂ ਤੈਨੂੰ ਤਰਸ ਵੀ ਆਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ ਫਰਜ਼ ਨਿਭਾਇਆ। ਕਿਵੇਂ ਕਰਾਂਗਾ ਮਾਫ ਮੈਂ ਖੁਦ ਨੂੰ ਇਸ ਗੁਨਾਹਾਂ ਤੋਂ, ਚਿਰਾਂ ਤੁਰਿਆ ਮੈਂ ਦੂਰ ਤੇਰੀਆਂ ਤਰਸਦੀਆਂ ਬਾਹਾਂ ਤੋਂ। ਕਿਵੇਂ ਕਰਾਂਗਾ ਮਾਫ ਮੈਂ ਖੁਦ ਨੂੰ ਇਸ ਗੁਨਾਹਾਂ ਤੋਂ, ਚਿਰਾਂ ਤੁਰਿਆ ਮੈਂ ਦੂਰ ਤੇਰੀਆਂ ਤਰਸਦੀਆਂ ਬਾਹਾਂ ਤੋਂ। ਚੁੰਮ ਕੇ ਇੱਕ ਵਾਰਾ ਮੱਥਾ ਕੁੱਟ ਕੇ ਗਲ ਲਾਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ ਫਰਜ਼ ਨਿਭਾਇਆ ਨਾ। ਸਭ ਕੁਝ ਦਿੱਤਾ ਰੱਬਾ ਫਿਰ ਵੀ ਫਿਰਾਂ ਅਧੂਰਾ ਮੈਂ। ਕੋਲ ਹੈ ਭਾਵੇਂ ਸਭ ਕੁਝ ਪਰ ਅੱਜ ਪਿਓ ਨੂੰ ਚੂਰਾਂ ਮੈਂ। ਸਭ ਕੁਝ ਦਿੱਤਾ ਰੱਬਾ ਫਿਰ ਵੀ ਫਿਰਾਂ ਅਧੂਰਾ ਮੈਂ। ਕੋਲ ਹੈ ਭਾਵੇਂ ਸਭ ਕੁਝ ਅੱਜ ਮੈਂ ਪਿਓ ਨੂੰ ਚੂਰਾਂ ਮੈਂ। ਰੋਜ਼ ਤਰਸਦਾ ਪਰ ਤੇਰਾ ਕਦੇ ਸੁਪਨਾ ਆਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ ਫਰਜ਼ ਨਿਭਾਇਆ ਨਾ। ਮਾਫ ਕਰੀ ਮੈਂ ਪੁੱਤਾਂ ਵਾਲਾ ਫਰਜ਼ ਨਿਭਾਇਆ ਨਾ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਵਧੀਆ। ਅੱਜ ਦੇ ਜਿਹੜਾ ਸਮੇਂ ਦੀ ਜਿਹੜੀ ਤਰਾਸਦੀ ਨੂੰ ਤੁਸੀਂ ਬਿਆਨ ਕੀਤਾ, ਸ਼ਾਇਦ ਜਿਹੜਾ ਸਾਡੇ ਪੰਜਾਬ ਚੋਂ ਬੱਚੇ ਬਾਹਰ ਆ ਰਹੇ ਨੇ ਤੇ ਜਿਹੜੀ ਹੁਣ ਲੇਟੈਸਟ ਲਵਪ੍ਰੀਤ ਦੀ ਜਿਹੜੀ ਕਹਾਣੀ ਆ ਉਹ ਤੋਂ ਤੁਸੀਂ ਮੇਰਾ ਖਿਆਲ ਪ੍ਰਭਾਵਿਤ ਹੋ ਕੇ ਇਹ ਆਪਣੇ ਸ਼ਬਦਾਂ ਰਾਹੀਂ ਅੱਜ ਦੀ ਤਰਾਸਦੀ ਨੂੰ ਬਿਆਨ ਕੀਤਾ। ਸਾਰਿਆਂ ਨੂੰ ਸਾਨੂੰ ਬੜਾ ਟੱਚਿੰਗ ਅਰਦਾਸ ਕਰ ਦਿੱਤਾ ਇਸ ਗੱਲ ਨੇ। ਤੇ ਮੈਨੂੰ ਯਾਦ ਆ ਰਿਹਾ, ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ, ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ। ਇਹ ਸਰਜੀਤ ਪਾਤਰ ਦੇ ਸ਼ਬਦ ਮੈਨੂੰ ਲਾਈਨਾਂ ਯਾਦ ਆ ਰਹੀਆਂ ਨੇ। ਸੋ ਤੁਸੀਂ ਆਪਣੇ ਬਾਰੇ ਮੈਂ ਕੋਈ ਦੱਸ ਨਹੀਂ ਸਕੀ, ਤੁਸੀਂ ਬਹੁਤ ਅੱਛਾ ਲਿਖਦੇ ਹੋ। ਥੋੜਾ ਜੇ ਆਪਣੀ
ਸਾਨੂੰ ਇੰਟਰੋਡਕਸ਼ਨ ਦੇਣੀ ਚਾਹੋ ਤਾਂ ਪਲੀਜ਼ ਜ਼ਰੂਰ ਦਿਓ। ਅਮਨਦੀਪ ਮੈਂ ਜੀ ਬੇਸਿਕਲੀ ਵੈਸੇ ਅੰਮ੍ਰਿਤਸਰ ਤੋਂ ਰਮਿੰਦਰ ਵਾਲੀਆ ਜੀ ਦੇ ਬਿਲਕੁਲ ਕਰੀਬ ਤੋਂ ਸ਼ਹਿਰ ਤੋਂ, ਤੇ ਅੱਜ ਕੱਲ ਮੈਂ ਪਿਛਲੇ 7 ਸਾਲ ਤੋਂ 5-7 ਸਾਲ ਤੋਂ ਮੈਂ ਇੱਥੇ ਸਾਊਥ ਕੋਰੀਆ ਵਿੱਚ ਜੀ ਜੌਬ ਕਰ ਰਿਹਾ ਵਾਂ। ਤੇ ਬਸ ਐਵੇਂ ਹੀ ਕੁਝ ਜਜ਼ਬਾਤਾਂ 'ਚ ਰੁੜ ਕੇ ਬਸ ਕੁਝ ਨਾ ਕੁਝ ਲਿਖਣਾ ਸ਼ੁਰੂ ਕੀਤਾ, ਤੇ ਉਹ ਆਪ ਜੀ ਦੇ ਸਮੇਂ ਨਾਲ ਸਾਂਝਾ ਪਾਉਂਦੇ ਰਵਾਂਗੇ, ਤੇ ਪ੍ਰਵਾਨ ਕਰਿਓ। ਬਸ ਮੇਰੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡੀਆਂ ਮਹਾਨ, ਸਭ ਤੋਂ ਵੱਡੀ ਗੱਲ ਕਿ ਅੱਜ ਦੇ ਇਸ ਮੰਚ ਤੇ ਮੈਂ ਵੱਡੀਆਂ ਸ਼ਖਸੀਅਤਾਂ ਦੇ ਵਿੱਚ ਮੈਂ ਆਪਣੇ ਕੁਝ ਜਜ਼ਬਾਤ ਸਾਂਝੇ ਕਰ ਸਕਿਆ, ਬਸ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਜੀ। ਰਮਿੰਦਰ ਜੀ ਦਾ ਇੱਕ ਹੁਨਰ ਹੈ ਜੀ, ਇਹ ਸਭ ਨੂੰ ਬਹੁਤ ਜੋੜ ਰਹੇ ਨੇ ਸ਼ੁਰੂ ਤੋਂ ਹੀ। ਤੇ ਵੈਸੇ ਹੁਣ ਆ ਜਿਹੜੀ ਕਾਮ ਮਿਲਣੀ ਹੈ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ, ਇਹ ਤਾਂ ਇਹਨਾਂ ਦਾ ਹੀ ਹੁਨਰ ਹੈ। ਮੈਂ ਵੀ ਇੱਥੇ ਤਾਂ ਹੀ ਆਈ ਹਾਂ ਅੱਜ, ਨਹੀਂ ਤਾਂ ਮੇਰੇ ਬਹੁਤ ਮੇਰੇ ਚ ਆ ਨਹੀਂ ਸਕਦੀ ਹੁੰਦੀ, ਮੈਂ ਕਾਲ ਹੋ ਜਾਂਦੀ ਹੈ ਜਾਂ ਮੇਰੇ ਸਭ ਤੋਂ ਵੱਡੀ ਡਿਊਟੀ ਲਈ ਪੋਸਟ ਤੇ ਕਹਿੰਦਾ ਮੈਂ ਬਣਾ ਕੇ ਦਿਆ ਕਰਾਂਗੇ, ਨੇ ਇੱਕ ਦਿਨ ਚ ਬਹੁਤ ਵਧੀਆ ਪੋਸਟਰ ਬਣਾਇਆ ਸਾਡਾ। ਤੇ ਰਮਿੰਦਰ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੂੰ ਸਾਡੇ ਗਰੁੱਪ ਵਿੱਚ ਕਰ ਰਹੇ ਹੋ। ਤੇ ਅਗਲਾ ਜਿਹੜੇ ਸਾਡੇ ਕਵੀ ਨੇ ਉਹ ਬਲਵਿੰਦਰ ਕੌਰ ਖਰਾਣਾ ਜੀ ਨੇ, ਜਿਹੜੇ MA ਪੰਜਾਬੀ B.Ed ਤੇ ਰਿਟਾਇਰਡ ਲੈਕਚਰਰ ਨੇ। ਇਹਨਾਂ ਦੀਆਂ ਕਾਵਿ ਸੰਗ੍ਰਹਿ ਦੀਆਂ 10 ਕਿਤਾਬਾਂ ਆ ਚੁੱਕੀਆਂ ਨੇ ਤੇ 19 ਪਾਠ ਪੁਸਤਕਾਂ ਇਹਨਾਂ ਨੇ ਤਿਆਰ ਕੀਤੀਆਂ। ਬੜਾ ਖੁਸ਼ੀ ਹੁੰਦੀ ਹੈ, ਬੜੀ ਹੈਰਾਨੀ ਵੀ ਹੁੰਦੀ ਹੈ ਕਿ ਕਿੰਨਾ ਸਾਰੇ ਸਾਡੀਆਂ ਜਿਹੜੀਆਂ ਭੈਣਾਂ ਨੇ ਕਿੰਨਾ ਕੰਮ ਕਰ ਰਹੀਆਂ ਨੇ। ਔਰ ਮੈਂ ਰਾਤ ਥੋੜਾ ਪੜ੍ਹ ਰਹੀ ਸੀ, ਦੇਖ ਰਹੀ ਸੀਗੇ ਬਾਇਓਡਾਟਾ ਸਾਰਿਆਂ ਦਾ, ਤੇ ਰਮਿੰਦਰ ਜੀ ਨੂੰ ਵੀ ਮੈਨੂੰ ਥੋੜਾ ਇਸ ਗੱਲ ਦੀ ਮੈਂ ਹੈਰਾਨੀ ਸੀ ਕਿ ਕਿਸ ਤਰ੍ਹਾਂ ਜਿਹੜੇ ਸਾਥੋਂ ਹੀਰੇ ਸਾਡੇ ਅੱਖੋਂ ਔਜਲ ਨੇ। ਜ਼ਿਆਦਾ ਕੰਮ ਕਰਨ ਵਾਲੇ ਥੋੜੇ ਕਈ ਵਾਰੀ ਪਿੱਛੇ ਹੀ ਹੁੰਦੇ ਨੇ, ਉਹਨਾਂ ਨੂੰ ਲੱਭਣਾ ਹੀ ਪੈਂਦਾ, ਔਰ ਰਮਿੰਦਰ ਜੀ 'ਚ ਇਹ ਹੁਨਰ ਹੈ, ਲੱਭ ਲੈਂਦੇ ਨੇ। ਸੋ ਉਹਨਾਂ ਦੇ ਵਿੱਚ ਇਹਨਾਂ ਨੇ ਪਾਠ ਪੁਸਤਕਾਂ ਜਿਹੜੀਆਂ 19 ਤਿਆਰ ਕੀਤੀਆਂ ਹੋਈਆਂ ਨੇ, ਤੇ ਇਹ SCERT ਵੱਲੋਂ 6ਵੀਂ ਤੋਂ 8ਵੀਂ ਤੱਕ ਦੀਆਂ ਜਿਹੜੀਆਂ ਪਾਠ ਪੁਸਤਕਾਂ ਇਹਨਾਂ ਨੇ ਤਿਆਰ ਕੀਤੀਆਂ, ਤੇ ਕਈ ਰਸਾਲਿਆਂ ਅਖਬਾਰਾਂ 'ਚ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਛਪ ਰਹੀਆਂ ਨੇ। ਤੇ ਇਹ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਇਹਨਾਂ ਨੇ ਆਪਣੇ ਇਨਾਮ ਵਗੈਰਾ ਲਏ ਹੋਏ ਨੇ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਪੁਰਸਕਾਰ, UNO ਦੀ ਸੰਸਥਾ ਯੂਨਾਈਟਿਡ ਸਕੂਲ ਆਰਗੇਨਾਈਜੇਸ਼ਨ ਵੱਲੋਂ ਕੀਤੇ ਗਏ ਲੇਖ ਮੁਕਾਬਲਿਆਂ ਤੋਂ ਵੀ ਇਹਨਾਂ ਨੇ ਇਨਾਮ ਹਾਸਲ ਕੀਤੇ ਨੇ। ਅੰਤਰਰਾਸ਼ਟਰੀ NGO ਵੱਲੋਂ ਅਚੀਵਮੈਂਟ ਅਵਾਰਡ ਤੇ ਹੋਰ ਬੜੇ ਪੁਰਸਕਾਰ ਦੇ ਮਾਲਕ ਨੇ। ਬਾਕੀ ਇਹ ਆਪਣੇ ਬਾਰੇ ਆਪ ਦੱਸਣਗੇ ਤੇ ਸਾਡੇ ਨਾਲ ਕਵਿਤਾ ਦੀ ਸਾਂਝ ਪਾਉਣਗੇ। ਬਹੁਤ ਹੀ ਸਤਿਕਾਰ ਸਹਿਤ ਬਲਵਿੰਦਰ ਕੌਰ ਖਰਾਣਾ ਜੀ, ਪਲੀਜ਼। ਚੰਗੇ ਤੁਹਾਡੇ ਸਾਰੇ ਫਰੈਂਡ ਸਰਕਲ ਸੀ ਜਿਹੜੇ ਇੰਨੀਆਂ ਅੱਛੀਆਂ ਕਵਿਤਾ। ਆਵਾਜ਼ ਚ ਥੋੜੀ ਮੈਨੂੰ ਆ ਰਹੀ ਹੈ, ਆਈ ਸੀ ਆਵਾਜ਼ ਨਹੀਂ ਆ ਰਹੀ ਮੇਰੇ ਖਿਆਲ। ਅਨਮਿਊਟ ਨਹੀਂ ਕੀਤਾ, ਸੌਰੀ। ਹਾਂਜੀ ਹੁਣ ਕੀਤਾ ਮੈਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ, ਨਮਸਤੇ, ਆਦਾਬ। ਤੁਸੀਂ ਕਾਫੀ ਕੁਝ ਮੇਰੇ ਬਾਰੇ ਦੱਸ ਦਿੱਤਾ ਹੈ। ਬਾਕੀ ਮੈਂ ਪਿਛਲੇ ਸਾਲ ਹੀ ਪੰਜਾਬੀ ਲੈਕਚਰਰ ਦੇ ਤੌਰ ਤੇ ਰਿਟਾਇਰ ਹੋਈ ਹਾਂ, ਔਰ ਮੈਂ ਬਹੁਤ ਸਾਰੀਆਂ ਸਾਂਝੀਆਂ ਕਿਤਾਬਾਂ, ਚਾਹੇ ਮੇਰੀ ਕਾਵਿ ਸੰਗ੍ਰਹਿ ਹੈ ਪੰਨਾ ਪੰਨਾ, ਜਜ਼ਬਾਤ, ਬਹੁਤ ਸਾਰੇ ਇਨਾਮ ਜ਼ਿੰਦਗੀ 'ਚ ਇਹ ਤਾਂ ਚੱਲਦਾ ਹੀ ਰਹਿੰਦਾ ਹੈ, ਬਹੁਤ ਲੈਂਦੇ ਰਹਿੰਦੇ ਆ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਆਮ ਜਿਹੀ ਗੱਲ ਹੈ। ਹਾਂ, ਕਵਿਤਾ ਮੇਰੇ ਅੰਦਰ ਵਸਦੀ ਹੈ ਕਿਧਰੇ, ਤੇ ਉਹ ਮੈਂ ਲਿਖਦੀ ਰਹਿੰਦੀ ਹਾਂ। ਮੈਨੂੰ ਪਤਾ ਨਹੀਂ ਸੀ ਕਿ ਸਾਵਨ ਕਵੀ ਦਰਬਾਰ ਹੈ, ਪਰ ਚਲੋ ਕੋਈ ਨਹੀਂ, ਮੇਰੇ ਕੋਲ ਸਾਵਨ ਬਾਰੇ ਵੀ ਕਵਿਤਾਵਾਂ ਹੈ, ਦੋਨੋਂ ਰੰਗ ਹੈ। ਸ਼ੇਅਰ ਕਰ ਸਕਦੇ ਹੋ, ਵੈਸੇ ਮੈਂ ਹਾਂਜੀ ਸਾਵਨ ਦੀ ਗੱਲ ਨਹੀਂ, ਦੋਨੋਂ ਹੀ ਹੈ ਮੇਰੇ ਕੋਲ, ਸਾਵਨ ਵਾਲੀਆਂ ਵੀ ਹੈ, ਦੂਸਰੀਆਂ ਵੀ ਹੈ। ਔਰ ਸਾਵਨ ਵਾਲੀ 'ਚ ਵੀ ਇੱਕ ਖੁਸ਼ੀ ਦਾ ਰੰਗ ਹੈ ਔਰ ਇੱਕ ਦੁੱਖ ਦਾ ਰੰਗ ਹੈ। ਪਤਾ ਨਹੀਂ ਤੁਸੀਂ ਕਿਹੜੀ ਪਸੰਦ ਕਰੋਗੇ। ਜਿਹੜੀ ਤੁਹਾਨੂੰ 5 ਮਿੰਟ ਦਾ ਟਾਈਮ ਹੈ, ਤੁਸੀਂ 2 ਸੁਣਾ ਸਕਦੇ ਜੇ, ਜ਼ਿਆਦਾ ਵੱਡੀ ਨਹੀਂ ਤੇ। ਠੀਕ ਹੈ, ਮੈਂ ਇੱਕ ਫਿਰ ਬਾਅਦ 'ਚ ਗਜ਼ਲ ਸੁਣਾ ਦਾਂਗੀ। ਸਾਵਨ ਤੋਂ ਸ਼ੁਰੂ ਕਰਦੀ ਹਾਂ। ਇੱਕ ਹੀ ਰੁੱਤ ਆਈ, ਮੇਰੀ ਹੈ। ਹਾਂਜੀ, ਇਹ ਮੈਂ ਕੁਝ ਮਜ਼ਦੂਰਾਂ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਲਿਖੀ ਸੀ। ਇੱਕ ਹੀ ਰੁੱਤ ਆਈ ਵੇ ਸਜਣਾ,
एके ही रुत आई, एके ही रुत आई वे सजना, एके ही रुत आई, हंजुआ छहबर लाई वे सजना, एके ही रुत आई, एके ही रुत आई वे सजना, एके ही रुत आई। काले बदल चढ़ चढ़ आए, रूदा पंछी तड़फी जाए, बागी मोर पपीहे गावण, दिल साडे नू अग्गा लावण, चिंता जिंद सुलगाई वे सजना, एके ही रुत आई, एके ही रुत आई वे सजना, एके ही रुत आई। जद भी पानी छम छम वरदा, नाल गमा दे कोठा परदा, जद भी पानी छम छम वरदा, नाल गमा दे कोठा परदा, छत्तां विचों सुफने चोंदे, छत्तां विचों सुफने चोंदे, गिल्ले बिस्तर बच्चे रोंदे, जिंद पीड़ा संग नहाई वे सजना, जिंद पीड़ा संग नहाई वे सजना, एके ही रुत आई, एके ही रुत आई वे सजना, एके ही रुत आई। सुकने पाए गम सी जेड़े, सुकने पाए गम सी जेड़े, नाल हंजुआ भरते वेड़े, ठंडे पै गए चुल्ले चौके, सीने विचों निकले औके, भुख पीड़ा संग व्याई वे सजना, भुख पीड़ा संग व्याई वे सजना, एके ही रुत आई, एके ही रुत आई वे सजना, एके ही रुत आई। कवियां गीत वसल दे गाए, कवियां गीत वसल दे गाए, सानू भुख पेट दी खाए, अजे भी दर्द होर ने चखने, अजे भी दर्द होर ने चखने, कम तो मुड़े हाँ अज भी सखने, किसे खैर ना सानू पाई वे सजना, एके ही रुत आई, एके ही रुत आई वे सजना, एके ही रुत आई, एके ही रुत आई। बहुत शुक्रिया जी। और बहुत ही अच्छा। एक छोटी जी गजल सुनाना चाहूंगी जे टाइम दोगे तो। हाँ जी, हाँ जी। गजल है, उमरा सानू घुट घुट करके, उमरा सानू घुट घुट करके किन्नी जहर पिलाई, उमरा सानू घुट घुट करके किन्नी जहर पिलाई, अखां दे विच वहन समुंदर, अखां दे विच वहन समुंदर, रूह साडी तिरहाई, ए सावण भी सुक्का लंघिया, ए सावण भी सुक्का लंघिया, हर सावण दे वांग, ए सावण भी सुक्का लंघिया, हर सावण दे वांगू, दिल दी सुक्की धरती उत्ते ना प्योद किसे लगाई, सुक्के परते धरती मानू रो रो हाल सुनाउंदे, सुक्के पत्ते धरती मानू रो रो हाल सुनाउंदे, रुखां नालों टुट के साडी घर तो होई विदाई, सुंदर सूरत फुल्लां वर्गी, सुंदर सूरत फुल्लां वर्गी, धोखा खा के रह गए, सुंदर सूरत फुल्लां वर्गी, धोखा खा के रह गए, कंडियां ने फिर हस के सानू जीवन जाच सिखाई, कंडियां ने फिर हस के सानू जीवन जाच सिखाई, किसने सुनने हाल दिलां दे,
किसने सुनने हाल दिलां दे, बोली हो गई दुनिया। किसने सुनने हाल दिलां दे, बोली हो गई दुनिया। कंधा नू टकरा के, कंधा नू टकरा के साडी चीक जो वापस आई। कंधा नू टकरा के साडी चीक जो वापस आई। उमरां सानू कुट कुट करके किन्नी जहर पिलाई। उमरां सानू कुट कुट करके किन्नी जहर पिलाई। बहुत बहुत शुक्रिया जी सबदा। बहुत ही अच्छा, बड़े ਨਵੇਕਲੇ ਰੰਗ ਦੇ ਵਿੱਚ, ਬੜੀ ਵਧੀਆ ਸੁਰ ਦੇ ਵਿੱਚ, ਤੇ ਭੁੱਖਾਂ ਪੀੜਾਂ ਕੰਗੀਆਂ ਤੁਰਸ਼ੀਆਂ ਮਨ ਦੇ ਹਾਲਾਤ ਨੂੰ ਤੁਸੀਂ ਬਿਆਨ ਕੀਤਾ। ਬੜਾ ਅੱਛਾ ਲੱਗਿਆ, ਬਹੁਤ ਧੰਨਵਾਦ। ਸ਼ੱਤਾਂ ਵਿੱਚੋਂ ਸੁਪਨੇ ਚੌਂਦੇ, ਜਿੰਦ ਪੀੜਾਂ ਸੰਗ ਨਹਾਈ ਵੇ ਸੱਜਣਾ, ਭੁੱਖ ਪੀੜਾਂ ਸੰਗ ਵਿਆਹੀ ਵੇ ਸੱਜਣਾ। ਕਿਆ ਬਾਤ ਹੈ, ਧੰਨਵਾਦ ਜੀ। ਸੋ ਅਗਲੀ ਜਿਹੜੇ ਸਾਡੇ ਵਿਸ਼ੇਸ਼ ਮਹਿਮਾਨ ਹੈ, ਉਹਨਾਂ ਨੂੰ ਅਸੀਂ ਲਵਾਂਗੇ, ਜਿਹੜੇ ਕਿ ਸਾਡੇ ਸਿਰਮੌਰ ਪੰਜਾਬੀ ਕਵੀ ਇੰਜੀਨੀਅਰ ਕਰਮਜੀਤ ਸਿੰਘ ਨੂਰ, ਜਿਹੜੇ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਹ ਧਾਰਮਿਕ ਕਵਿਤਾ ਦੇ ਖੇਤਰ ਦੇ ਵਿੱਚ ਉਹਨਾਂ ਦਾ ਬਹੁਤ ਨਾਮ ਹੈ, ਤੇ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅਮਰੀਕਾ, ਕੈਨੇਡਾ, ਪਾਕਿਸਤਾਨ ਦੇ ਵਿੱਚ ਆਪਣੇ ਕਵੀ ਦਰਬਾਰਾਂ ਦੇ ਵਿੱਚ ਭਾਗ ਲਿਆ ਹੈ, ਸਭਾਵਾਂ ਦੇ ਵਿੱਚ ਕਵਿਤਾ ਪੇਸ਼ ਕਰਦੇ ਨੇ, ਕਾਫੀ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਹੈ। ਤੇ ਉਹ ਵੈਸੇ ਐਕਸੀਅਨ ਦੇ ਅਹੁਦੇ ਤੋਂ ਰਿਟਾਇਰਡ ਹੋ ਕੇ ਤੇ ਇਹ ਸਾਹਿਤ ਦੀ ਸੇਵਾ ਜਿਹੜੀ ਕਰ ਰਹੇ ਨੇ, ਤਾਂ ਇਹਨਾਂ ਨੂੰ ਅਸੀਂ ਬਹੁਤ ਪੱਖੀ ਜਿਹੜੀ ਸ਼ਖਸੀਅਤ ਸਮਝਦੇ ਹਾਂ ਕਿ ਇੱਕ ਪਾਸੇ ਇੰਜੀਨੀਅਰ ਦੀ ਡਿਗਰੀ ਹੋਣੀ ਤੇ ਇੱਕ ਪਾਸੇ ਤੁਸੀਂ ਕਵਿਤਾ ਲਿਖ ਰਹੇ ਹੋ, ਕਮਾਲ ਦੀ ਜਿਹੜੀ ਇਹ ਸ਼ਖਸੀਅਤ ਨੇ। ਸੋ ਪੰਜਾਬੀ ਵਿੱਚ ਧਾਰਮਿਕ ਤੇ ਸਮਾਜਿਕ ਕਵਿਤਾ, ਗੀਤਾਂ ਤੇ ਗਜ਼ਲਾਂ ਤੋਂ ਇਲਾਵਾ ਹਿੰਦੀ ਨਜ਼ਮਾਂ ਵਾਹ ਤੇ ਉਰਦੂ ਦੀਆਂ ਗਜ਼ਲਾਂ ਵੀ ਲਿਖਦੇ ਨੇ। 5 ਤਖ਼ਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀਆਂ ਉੱਥੇ ਵੀ ਇਹਨਾਂ ਦੀ ਸ਼ਮੂਲੀਅਤ ਆਮ ਹੁੰਦੀ ਹੈ। ਸੋ ਅਸੀਂ ਇਹਨਾਂ ਨੂੰ ਬਹੁਤ ਹੀ ਸਤਿਕਾਰ ਸਹਿਤ ਇੱਥੇ ਅਸੀਂ ਸੱਦਾ ਦਿੰਦੇ ਹਾਂ ਕਿ ਉਹ ਆਪਣਾ ਕਵਿਤਾ ਪੇਸ਼ ਕਰਨ, 2 ਸ਼ਬਦ ਸਾਡੇ ਨਾਲ ਸਾਂਝੇ ਕਰਨ। ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ। ਕਰਮਜੀਤ ਸਿੰਘ ਨੂਰ ਜੀ। ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਜੀ। ਵਿਸ਼ੇਸ਼ ਤੌਰ ਤੇ ਰਮਿੰਦਰ ਰੰਮੀ ਜੀ, ਉਹਨਾਂ ਦਾ ਧੰਨਵਾਦ ਕਰਦਾ ਹੋਇਆ, ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹੋਇਆ ਆਪਣੀ ਗੱਲ ਸ਼ੁਰੂ ਕਰਦਾ ਜੀ। ਸਮੇਂ ਦੀ ਸੀਮਾ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਲੰਬੀ ਕਵਿਤਾ ਨਾ ਕਹਿੰਦਾ ਹੋਇਆ ਕੁਝ ਅਲੱਗ-ਅਲੱਗ ਸਮਾਜਿਕ ਸਰੋਕਾਰਾਂ ਤੇ ਕੁਝ ਵੰਨਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀ। ਇਜਾਜ਼ਤ ਹੈ ਜੀ? ਹਾਂਜੀ ਹਾਂਜੀ ਬਿਲਕੁਲ। ਕਵਿਤਾ ਬਾਰੇ ਇੱਕ ਰੁਬਾਈ ਕਹਿ ਰਿਹਾ ਜੀ। ਸਭ ਤੋਂ ਪਹਿਲਾਂ ਰਮੀ ਜੀ। ਹਾਂਜੀ ਹਾਂਜੀ। ਜਿਹਨੂੰ ਸੁਣ ਕੇ ਖਿੜ ਪਵੇ ਰੂਹ, ਉਹਨੂੰ ਕਵਿਤਾ ਕਿਹਾ ਜਾਂਦਾ। ਜਿਹਨੂੰ ਸੁਣ ਕੇ ਖਿੜ ਪਵੇ ਰੂਹ, ਉਹਨੂੰ ਕਵਿਤਾ ਕਿਹਾ ਜਾਂਦਾ ਹੈ। ਜਿਹੜੀ ਜਾਵੇ ਦਿਲਾਂ ਨੂੰ ਛੂ, ਉਹਨੂੰ ਕਵਿਤਾ ਕਿਹਾ ਜਾਂਦਾ ਹੈ। ਜਿਹੜੀ ਪ੍ਰਭਾਵ ਨਾ ਛੱਡੇ, ਉਹ ਹੁੰਦੀ ਮਹਿਜ਼ ਤੁਕਬੰਦੀ। ਜੋ ਪਾਵੇ ਕਾਲਜੇ ਨੂੰ ਧੂ, ਉਹਨੂੰ ਕਵਿਤਾ ਕਿਹਾ ਜਾਂਦਾ ਹੈ। ਜੋ ਪਾਵੇ ਕਾਲਜੇ ਨੂੰ ਧੂ, ਉਹਨੂੰ ਕਵਿਤਾ ਕਿਹਾ ਜਾਂਦਾ ਹੈ। ਤੋ ਇੱਕ ਸ਼ੇਰ ਕਹਿ ਰਹੇ ਹਾਂ, ਰੁਬਾਈ ਹੋਰ ਕਹਿ ਰਹੇ ਹਾਂ ਜੀ ਕਿ ਆਪਾਂ ਅਕਸਰ ਕਹਿੰਦੇ ਹਾਂ ਟੁਮਾਰੋ ਇਜ਼ ਟੂ ਲੇਟ, ਲਿਵ ਟੂਡੇ। ਉਹਦੇ ਤੇ ਇੱਕ ਰੁਬਾਈ ਹੈ ਜੀ ਕਿ ਕੱਲ ਨੇ ਮੁੜ ਕੇ ਨਹੀਂ ਆਉਣਾ ਤੇ ਕੱਲ ਆਉਣਾ ਕੱਲ ਨੂੰ। ਕੱਲ ਨੇ ਮੁੜ ਕੇ ਨਹੀਂ ਆਉਣਾ, ਕੱਲ ਆਉਣਾ ਕੱਲ ਨੂੰ। ਅੱਜ ਹੈ ਤੇਰਾ, ਤੂੰ ਇਸ ਦੇ ਮਾਣ ਇੱਕ ਇੱਕ ਪਲ ਨੂੰ। ਅੱਜ ਹੈ ਤੇਰਾ, ਤੂੰ ਇਸ ਦੇ ਮਾਣ ਇੱਕ ਇੱਕ ਪਲ ਨੂੰ।
ਇਹ ਵੀ ਪਲ ਪਲ ਕਰਕੇ ਹੱਥਾਂ ਚੋਂ ਤੇਰੇ ਕਿਰ ਜਾਏਗਾ, ਕੱਲ ਬਣ ਜਾਣਾ ਹੈ ਤੇਰੇ ਅੱਜ ਨੇ ਵੀ ਕੱਲ ਨੂੰ, ਕੱਲ ਬਣ ਜਾਣਾ ਹੈ ਤੇਰੇ ਅੱਜ ਨੇ ਵੀ ਕੱਲ ਨੂੰ। ਮਾਂ ਬੋਲੀ ਬਾਰੇ ਇੱਕ 6 ਮਿਸਰਾ ਕਹਿ ਰਿਹਾ ਜੀ ਕਿ ਭੁੱਲੋ ਕਦੇ ਨਾ ਸੱਭਿਆਚਾਰ ਆਪਣਾ, ਸਦਾ ਸਿਰਾਂ ਤੇ ਵਿਰਸੇ ਦੀ ਛਾਂ ਰੱਖੋ। ਭੁੱਲੋ ਕਦੇ ਨਾ ਸੱਭਿਆਚਾਰ ਆਪਣਾ, ਸਦਾ ਸਿਰਾਂ ਤੇ ਵਿਰਸੇ ਦੀ ਛਾਂ ਰੱਖੋ। ਹੈਰੀ ਗੈਰੀ ਨਾ ਬਣੋ ਵਿਦੇਸ਼ ਜਾ ਕੇ, ਮਾਂ ਬੋਲੀ ਚ ਬਾਲਾਂ ਦੇ ਨਾਂ ਰੱਖੋ। ਭੁੱਲੋ ਕਦੇ ਨਾ ਸੱਭਿਆਚਾਰ ਆਪਣਾ, ਸਦਾ ਸਿਰਾਂ ਤੇ ਵਿਰਸੇ ਦੀ ਛਾਂ ਰੱਖੋ। ਹੈਰੀ ਗੈਰੀ ਨਾ ਬਣੋ ਵਿਦੇਸ਼ ਜਾ ਕੇ, ਮਾਂ ਬੋਲੀ ਚ ਬਾਲਾਂ ਦੇ ਨਾਂ ਰੱਖੋ। ਆਪਣੀ ਮਾਸੀ ਨੂੰ ਮਾਸੀ ਦੀ ਥਾਂ ਰੱਖੋ, ਆਪਣੀ ਚਾਚੀ ਨੂੰ ਚਾਚੀ ਦੀ ਥਾਂ ਰੱਖੋ। ਮਾਸੀ ਚਾਚੀ ਤੇ ਮਾਂ ਨਹੀਂ ਬਣ ਸਕਦੀ, ਆਪਣੀ ਮਾਂ ਨੂੰ ਹੀ ਆਪਣੀ ਮਾਂ ਰੱਖੋ। ਜਿੱਧਰ ਕੋਈ ਮੋੜੇ ਉਧਰ ਮੁੜ ਜਾਈਏ, ਜਿੱਧਰ ਕੋਈ ਮੋੜੇ ਉਧਰ ਮੁੜ ਜਾਈਏ। ਬਣਨਾ ਕਦੇ ਨਹੀਂ ਰਬੜ ਦੇ ਬੁੱਤ ਆਪਾਂ, ਜਿੱਥੇ ਕਿੱਥੇ ਸੰਸਾਰ ਵਿੱਚ ਚਲੇ ਜਾਈਏ। ਬਣ ਕੇ ਰਹੀਏ ਪੰਜਾਬ ਦੇ ਪੁੱਤ ਆਪਾਂ, ਜਿੱਥੇ ਕਿੱਥੇ ਸੰਸਾਰ ਵਿੱਚ ਚਲੇ ਜਾਈਏ। ਬਣ ਕੇ ਰਹੀਏ ਪੰਜਾਬ ਦੇ ਪੁੱਤ ਆਪਾਂ। ਇੱਕ ਰੁਬਾਈ ਭਰੂਣ ਹੱਤਿਆ ਤੇ ਕਹਿ ਰਿਹਾ ਹਾਂ ਕਿ ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਜਦ ਮੁੜਿਆ ਸੀ ਪੁੱਤਰ, ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਜਦ ਮੁੜਿਆ ਸੀ ਪੁੱਤਰ, ਕਹਿੰਦੀ ਤੇਰੇ ਬਾਝੋਂ ਵੀ ਦੱਸ ਕੀ ਥੁੜਿਆ ਸੀ ਪੁੱਤਰ। ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਜਦ ਮੁੜਿਆ ਸੀ ਪੁੱਤਰ, ਕਹਿੰਦੀ ਤੇਰੇ ਬਾਝੋਂ ਵੀ ਦੱਸ ਕੀ ਥੁੜਿਆ ਸੀ ਪੁੱਤਰ। ਮੇਰੇ ਕੀਤੇ ਦੀ ਇਹ ਮੈਨੂੰ ਸਜ਼ਾ ਸੀ ਆਖਰ ਮਿਲਣੀ, 3 ਭਰੂਣ ਹੱਤਿਆ ਪਿੱਛੋਂ ਤੂੰ ਜੁੜਿਆ ਸੀ ਪੁੱਤਰ। ਮੇਰੇ ਕੀਤੇ ਦੀ ਇਹ ਆਖਿਰ ਸਜ਼ਾ ਸੀ ਮੈਨੂੰ ਮਿਲਣੀ, 3 ਭਰੂਣ ਹੱਤਿਆ ਪਿੱਛੋਂ ਤੂੰ ਜੁੜਿਆ ਸੀ ਪੁੱਤਰ। ਇੱਕ ਬੰਦ ਵੀਰ ਰਸਤਾ ਕਹਿ ਰਹੇ ਆ ਜੀ। ਮੇਰਾ ਥੋੜਾ ਰੰਗ ਆਪਣਾ ਹੈ, ਸੇਜੀ ਰੰਗ ਹੈ, ਤੇ ਉਹਦੇ ਚ ਮੈਂ ਗੱਲ ਕਰਦਾ ਜੀ ਕਿ ਊਣਾ ਹੋਏ ਭਾਂਡਾ ਬਹੁਤਾ ਸ਼ੋਰ ਕਰਦਾ ਐ, ਪਰ ਭਰੇ ਭਾਂਡੇ ਥੋੜਾ ਖੜਕਦੇ ਨੇ। ਐਨ ਐਮਪਟੀ ਵੈਸਲ ਮੇਕਸ ਮਚ ਨੋਇਸ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਸ਼ੇਰ ਸੁਣਨਾ। ਊਣਾ ਹੋਏ ਭਾਂਡਾ ਬਹੁਤਾ ਸ਼ੋਰ ਕਰਦਾ ਐ, ਪਰ ਭਰੇ ਭਾਂਡੇ ਥੋੜਾ ਖੜਕਦੇ ਨੇ। ਗੁਣੀ ਪੁਰਸ਼ ਹਮੇਸ਼ਾ ਸੰਸਾਰ ਅੰਦਰ, ਗੁਣਹੀਨਾਂ ਦੀਆਂ ਅੱਖਾਂ ਵਿੱਚ ਰੜਕਦੇ। ਗੁਣੀ ਪੁਰਸ਼ ਹਮੇਸ਼ਾ ਸੰਸਾਰ ਅੰਦਰ, ਗੁਣਹੀਨਾਂ ਦੀਆਂ ਅੱਖਾਂ ਵਿੱਚ ਰੜਕਦੇ ਨੇ। ਮਿਲ ਜਾਏ ਕਿਧਰੇ ਵਡਿਆਈ ਜੇ ਦੂਸਰੇ ਨੂੰ, ਅੰਦਰ ਈਰਖਾ ਦੇ ਭਾਂਬੜ ਭੜਕਦੇ ਨੇ। ਪਰ ਜਿਹੜੇ ਸੱਚ ਦੀ ਮੰਜ਼ਿਲ ਦੇ ਹੋਣ ਪਾਂਦੀ, ਨਾ ਉਹ ਅੜਕਦੇ ਨੇ ਨਾ ਉਹ ਧੜਕਦੇ ਨੇ। ਜਿਹੜੇ ਸੱਚ ਦੀ ਮੰਜ਼ਿਲ ਦੇ ਹੋਣ ਪਾਂਦੀ, ਨਾ ਉਹ ਅੜਕਦੇ ਨੇ ਨਾ ਉਹ ਧੜਕਦੇ ਨੇ। ਇੱਕ ਦੋ ਹਾਸਰਸ ਬੰਦ ਵੀ ਮੈਂ ਕਹਿ ਰਿਹਾ, ਕਵਿਤਾ ਦੇ 9 ਰਸ ਹੁੰਦੇ ਨੇ। ਕੁਝ ਰਸ ਜਿਹੜੇ ਨੇ ਉਹਨਾਂ ਨੂੰ ਕਵਿਤਾ 'ਚ ਭਰਨ ਦਾ ਮੈਂ ਯਤਨ ਕਰਦਾ ਰਹਿਣਾ। ਕਈ ਵਾਰੀ ਪੂਰੀ ਕਵਿਤਾ, ਸਾਡੀਆਂ ਕਵਿਤਾ ਸਟੇਜੀ ਲੰਬੀਆਂ ਹੁੰਦੀਆਂ ਨੇ, ਉਹਨਾਂ 'ਚ ਕਈ ਵਾਰੀ ਕਰੁਣਾ ਰਸ, ਸ਼ਾਂਤ ਰਸ, ਸ਼ਿੰਗਾਰ ਰਸ, ਵੀਰ ਰਸ, ਹਾਸ ਰਸ, ਕਈ ਰਸ ਇਕੱਠੇ ਹੋ ਜਾਂਦੇ ਨੇ। ਹਾਸ ਰਸ ਦੇ 1-2 ਬੰਦ ਕਹਿ ਰਿਹਾ ਜੀ ਕਿ ਕੀ ਅੰਤ ਬੇਅੰਤ ਦੀਆਂ ਕੁਦਰਤਾਂ ਦਾ, ਮਲਟੀ ਕਲਰ ਦੁਨੀਆ ਮਲਟੀ ਸ਼ੇਡ ਬੰਦੇ। ਕੀ ਅੰਤ ਬੇਅੰਤ ਦੀਆਂ ਕੁਦਰਤਾਂ ਦਾ, ਮਲਟੀ ਕਲਰ ਦੁਨੀਆ ਮਲਟੀ ਸ਼ੇਡ ਬੰਦੇ। ਕਈ ਜ਼ਿੰਦਗੀ ਨੂੰ ਜੰਗ ਸਮਝਦੇ ਨੇ, ਕਈ ਸਮਝਦੇ ਇਸ ਨੂੰ ਖੇਡ ਬੰਦੇ। ਕਈ ਜ਼ਿੰਦਗੀ ਨੂੰ ਜੰਗ ਸਮਝਦੇ ਨੇ, ਕਈ ਸਮਝਦੇ ਇਸ ਖੇਡ ਬੰਦੇ। ਕਈ ਜੰਮਦੇ ਸਿਲਵਰ ਸਪੂਨ ਲੈ ਕੇ, ਤੇ ਕਈ ਮਿਡਲ ਕਲਾਸ ਲੋ ਪੇਡ ਬੰਦੇ। ਵਿਰਲੇ ਵਿਰਲੇ ਪਰ ਹੁੰਦੇ ਨੇ ਵਰਲਡ ਦੇ ਵਿੱਚ ਸੈਲਫ ਮਾਈਂਡ ਬੰਦੇ, ਸੈਲਫ ਮੇਡ ਬੰਦੇ। ਵਿਰਲੇ ਵਿਰਲੇ ਪਰ ਹੁੰਦੇ ਨੇ ਵਰਲਡ ਦੇ ਵਿੱਚ ਸੈਲਫ ਮਾਈਂਡ ਬੰਦੇ, ਸੈਲਫ ਮੇਡ ਬੰਦੇ। ਇੱਕ ਹੋਰ ਸ਼ੇਰ ਕਹਿ ਰਿਹਾ ਕਿ ਤਰਜ਼ੇ ਜ਼ਿੰਦਗੀ ਬਦਲ ਗਈ ਬੱਚਿਆਂ ਦੀ, ਕਦਰਾਂ ਕੀਮਤਾਂ ਗਈਆਂ ਨੇ ਖੋ ਅੱਜ ਕੱਲ। ਤਰਜ਼ੇ ਜ਼ਿੰਦਗੀ ਬਦਲ ਗਈ ਬੱਚਿਆਂ ਦੀ। ਹਾਲਤ ਹਾਜ਼ਰਾ ਤੇ ਬਾਤ ਕਰ ਰਹੇ ਹਾਂ ਜੀ। ਤਰਜ਼ੇ ਜ਼ਿੰਦਗੀ ਬਦਲ ਗਈ ਬੱਚਿਆਂ ਦੀ, ਕਦਰਾਂ ਕੀਮਤਾਂ ਗਈਆਂ ਨੇ ਖੋ ਅੱਜ ਕੱਲ। ਬਰਗਰ ਖਾ ਖਾ ਕੇ ਬਰਗਰ ਬਣੀ ਜਾਂਦੇ, ਖਾਣੇ ਭੁੱਲ ਗਏ ਕੇਲੇ ਤੇ ਸਿਓ ਅੱਜ ਕੱਲ। ਖਾਣੇ ਭੁੱਲ ਗਏ ਕੇਲੇ ਤੇ ਸਿਓ ਅੱਜ ਕੱਲ। ਖੁਦ ਇਹਨਾਂ ਨੂੰ ਦੰਦੀਆਂ ਵੱਢਦਾ ਹੈ, ਲੜਦਾ ਇਹਨਾਂ ਨੂੰ ਦੇਸੀ ਘਿਓ ਅੱਜ ਕੱਲ। ਤੇ ਮੈਨੇ ਬਦਲ ਗਿਆ ਪਿਆਰ ਤੇ ਦੋਸਤੀ ਦੇ, ਉੱਡੀ ਰਿਸ਼ਤਿਆਂ ਵਿੱਚੋਂ ਖੁਸ਼ਬੂ ਅੱਜ ਕੱਲ। ਮੈਨੇ ਬਦਲ ਗਿਆ ਪਿਆਰ ਤੇ ਦੋਸਤੀ ਦੇ,
ਉੱਡੀ ਰਿਸ਼ਤਿਆਂ ਵਿੱਚੋਂ ਖੁਸ਼ਬੂ ਅੱਜ ਕੱਲ। ਇਹ ਕਿਉਂ ਹੋਇਆ? ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ, ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ, ਅੰਦਰੀ ਵੜੇ ਰਹਿੰਦੇ ਬੂਹੇ ਢੋ ਅੱਜ ਕੱਲ। ਅੱਜ ਮੋਬਾਈਲ ਹੈ ਇਹਨਾਂ ਦੀ ਮਾਂ ਬਣਿਆ ਤੇ ਕੰਪਿਊਟਰ ਹੈ ਇਹਨਾਂ ਦਾ ਪਿਓ ਅੱਜ ਕੱਲ। ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ, ਅੰਦਰੀ ਵੜੇ ਰਹਿੰਦੇ ਬੂਹੇ ਢੋ ਅੱਜ ਕੱਲ। ਅੱਜ ਮੋਬਾਈਲ ਹੈ ਇਹਨਾਂ ਦੀ ਮਾਂ ਬਣਿਆ ਤੇ ਕੰਪਿਊਟਰ ਹੈ ਇਹਨਾਂ ਦਾ ਪਿਓ ਅੱਜ ਕੱਲ। ਆਖਰੀ ਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੈਂ ਕਾਫੀ ਸਾਰੀਆਂ ਚੀਜ਼ਾਂ ਕੱਢੀਆਂ ਹੋਈਆਂ ਸੀ ਪਰ ਸਮੇਂ ਦੀ ਸੀਮਾ ਹੈ, ਮੈਂ ਉਲੰਘਣ ਨਹੀਂ ਕਰਨਾ ਚਾਹੁੰਦਾ। ਆਖਰੀ ਬਾਤ ਕਹਿ ਕੇ ਸਮਾਪਤੀ ਕਰ ਰਿਹਾ ਜੀ ਕਿ ਸੁਖੀ ਰਹਿਣਾ ਹੈ ਤਾਂ ਲੋੜਾਂ ਨੂੰ ਕਰੋ ਸੀਮਿਤ। ਸੁਖੀ ਰਹਿਣਾ ਹੈ ਤਾਂ ਲੋੜਾਂ ਨੂੰ ਕਰੋ ਸੀਮਿਤ। ਦੁਖੀ ਹੋਣਾ ਤੇ ਹੋਰ ਐਕਸੀਡ ਕਰ ਲਓ। ਗੱਡੀ ਤ੍ਰਿਸ਼ਨਾ ਦੀ ਦੌੜਦੀ ਸੁਪਰ ਫਾਸਟ, ਜ਼ਰਾ ਇਹਨੂੰ ਸਲੋ ਸਪੀਡ ਕਰ। ਗੱਡੀ ਤ੍ਰਿਸ਼ਨਾ ਦੀ ਦੌੜਦੀ ਸੁਪਰ ਫਾਸਟ, ਜ਼ਰਾ ਇਹਨੂੰ ਸਲੋ ਸਪੀਡ ਕਰ ਲਓ। ਲੋਕੀ ਫੇਸ ਤੋਂ ਬੰਦੇ ਨੂੰ ਰੀਡ ਕਰਦੇ, ਤੁਸੀਂ ਫੇਸਬੁੱਕ ਤੋਂ ਮੈਨੂੰ ਰੀਡ ਕਰ ਲਓ। ਲੋਕੀ ਫੇਸ ਤੋਂ ਬੰਦੇ ਨੂੰ ਰੀਡ ਕਰਦੇ, ਤੁਸੀਂ ਫੇਸਬੁੱਕ ਤੋਂ ਮੈਨੂੰ ਰੀਡ ਕਰ ਲਓ। YouTube ਤੇ ਮੇਰੀਆਂ ਸੁਣੋ ਕਵਿਤਾ ਤੇ ਮੇਰਾ ਨੰਬਰ ਮੋਬਾਈਲਾਂ 'ਚ ਫੀਡ ਕਰ ਲਓ। YouTube ਤੇ ਮੇਰੀਆਂ ਸੁਣੋ ਕਵਿਤਾ, ਮੇਰਾ ਨੰਬਰ ਮੋਬਾਈਲਾਂ 'ਚ ਫੀਡ ਕਰ ਲਓ। 91 98 150 ਲਾ ਕੇ 23 970 ਲਗਾ ਦੇਣਾ। ਜਦੋਂ ਅੱਗਿਓਂ ਹੈਲੋ ਦੀ ਆਵਾਜ਼ ਆਵੇ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਦੇਣਾ। ਜਦੋਂ ਅੱਗਿਓਂ ਹੈਲੋ ਦੀ ਆਵਾਜ਼ ਆਵੇ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਦੇਣਾ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ। ਸਾਡੇ ਵਿਸ਼ੇਸ਼ ਮਹਿਮਾਨਾਂ ਚੋਂ ਪਹਿਲੇ ਕਰਮਜੀਤ ਸਿੰਘ ਨੂਰ ਜੀ, ਬਹੁਤ ਹੀ ਸਤਿਕਾਰ। ਇਹਨਾਂ ਨੇ ਜ਼ਿੰਦਗੀ ਦੇ ਹਰ ਰੰਗ ਨੂੰ ਬੜੇ ਥੋੜੇ ਸ਼ਬਦਾਂ 'ਚ, ਛੋਟੀਆਂ ਲਾਈਨਾਂ 'ਚ ਵੱਖਰੀਆਂ ਵੱਖਰੇ 9 ਰੰਗ ਕੀ ਮੈਨੂੰ ਲੱਗਦਾ ਇਹਨਾਂ ਨੇ ਤਾਂ ਜਿੰਨੇ ਵੀ ਰੰਗ ਜ਼ਿੰਦਗੀ ਤੇ ਹੁੰਦੇ ਆ, 12 ਰੰਗ, 24 ਰੰਗ, 50 ਰੰਗ, ਜੋ ਵੀ ਹੈ ਹਰ ਰੰਗ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰਤਾ। ਮੈਂ ਜ਼ਿੰਦਗੀ ਦੀ ਨਾਸ਼ਵਾਨਤਾ ਤੋਂ ਸ਼ੁਰੂ ਕਰਕੇ ਗੱਲ ਤੇ ਅਖੀਰ 'ਚ ਹਰ ਬੁਰਾਈ ਕੀ ਜ਼ਿੰਦਗੀ ਦੀ ਹਰ ਰੰਗ ਨੂੰ ਸਾਡੇ ਅੱਗੇ ਪੇਸ਼ ਕਰਤਾ। ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਬੜੀ ਛੋਟੀ ਜਿਹੀ ਨਾਚੀਜ਼ ਹਾਂ, ਪਰ ਤੁਸੀਂ ਹਰ ਚੀਜ਼ ਨੂੰ ਇੰਨਾ ਸੋਹਣੀ ਤਰ੍ਹਾਂ ਸਾਨੂੰ ਇਹਦੇ ਵਿੱਚ ਸਾਡੇ ਲਈ ਸੰਦੇਸ਼ ਵੀ ਨੇ, ਉਪਦੇਸ਼ ਵੀ ਨੇ ਤੇ ਸਾਡੇ ਲਈ ਸਿੱਖਿਆ ਹੈ ਬਹੁਤ ਵੱਡੀ। ਤੇ ਇੰਨੇ ਥੋੜੇ ਟਾਈਮ ਦੇ ਵਿੱਚ ਤੁਸੀਂ ਇੰਨੇ ਛੋਟੇ ਸ਼ਬਦਾਂ ਦੇ ਨਾਲ ਤੁਸੀਂ ਇੰਨਾ ਸਾਨੂੰ ਉਪਦੇਸ਼ ਦਿੱਤਾ। ਸੋ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਗੇਲ ਜੀ। ਕਹਿੰਦੇ ਹੁੰਦੇ ਆ ਕਿ ਜੇ ਸਾਰੇ ਚੌਲਾਂ ਦੀ ਨਹੀਂ ਲੋੜ, ਇੱਕ ਚਾਵਲ ਦਾ ਦਾਣਾ ਹੀ ਦੱਸ ਦਿੰਦਾ ਹੈ ਕਿ ਕੀ ਹੈ। ਸੋ ਬੜੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਤੁਹਾਨੂੰ ਸਾਡੇ ਦਰਮਿਆਨ ਪਾ ਕੇ। ਸੋ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਬਣੇ ਰਹਿਣਾ ਤੇ ਨੈਕਸਟ ਅਸੀਂ ਬਣੇ ਰਹਿਣਾ। ਅਸੀਂ ਜੇ ਕੋਸ਼ਿਸ਼ ਕਰਾਂਗੇ ਜੇ ਬਾਅਦ ਦੇ ਵਿੱਚ ਤੁਹਾਡੀ ਐਂਡ ਤੇ ਅਸੀਂ ਗੱਲਬਾਤ ਫਿਰ ਤੁਹਾਡੇ ਨਾਲ ਕਰਾਂਗੇ ਜ਼ਰੂਰ। ਤੇ ਅੱਗੇ ਹੈ ਕੁਲਵਿੰਦਰ ਕੌਰ, ਸਾਡੀ ਜਿਹੜੀ ਅਗਲੀ ਕਵਿਤਰੀ। ਕੁਲਵਿੰਦਰ ਕੌਰ ਕੋਮਲ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ? ਹਾਂਜੀ, ਕੁਲਵਿੰਦਰ ਕੌਰ ਕੋਮਲ ਜੀ ਜਿਹੜੇ ਹੈਗੇ ਨੇ ਬੜੇ ਅੱਛੇ ਵਧੀਆ ਪੜ੍ਹੇ ਲਿਖੇ ਪਰਿਵਾਰ ਦੇ ਵਿੱਚੋਂ ਚੰਡੀਗੜ੍ਹ ਰਹੇ ਤੇ ਇਹਨਾਂ ਨੇ ਸਾਹਿਤ ਦੀ ਕਾਫੀ ਸੇਵਾ ਕੀਤੀ ਹੈ। ਇਹਨਾਂ ਦਾ ਬਚਪਨ ਤੋਂ ਹੀ ਇਹਨਾਂ ਦਾ ਜਿਹੜਾ ਲਗਾਵ ਹੈ ਉਹ ਸਾਹਿਤ ਦੇ ਨਾਲ ਰਿਹਾ ਤੇ ਇਹ ਬਹੁਤ ਹੀ ਲਾਡਲੀ ਬੇਟੀ ਆਪਣੇ ਪਰਿਵਾਰ ਦੀ ਸੀ। ਇਹਨਾਂ ਨੇ ਜੋ ਬਾਇਓਡਾਟਾ ਮੈਂ ਦੇਖ ਰਹੀ ਹਾਂ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਉਹ 5ਵੀਂ ਕਲਾਸ ਦੇ ਵਿੱਚ ਹੀ ਸੀ ਜਦੋਂ ਉਹ ਜਿਹੜੇ ਹੈਗੇ ਮੈਗਜ਼ੀਨ ਵਗੈਰਾ ਜਾਂ ਸਾਹਿਤਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਸੀ ਉਹਨਾਂ ਨੇ। ਤੇ 9ਵੀਂ ਕਲਾਸ ਦੇ ਵਿੱਚ ਉਹਨਾਂ ਨੇ ਨਾ ਤੋੜੀ ਮਾਲੀ ਕਵਿਤਾ, ਨਾ ਤੋੜੀ ਮਾਲੀ ਕਵਿਤਾ ਲਿਖ ਕੇ ਆਪਣਾ ਜਿਹੜਾ ਨਾਂ ਹੈ ਕਵਿਤਾ ਸਾਹਿਤ ਦੇ ਵਿੱਚ ਸ਼ੁਰੂਆਤ ਕਰ ਲਈ ਸੀ। ਤੇ ਉਦੋਂ ਤੋਂ ਹੀ ਇਹਨਾਂ ਦਾ ਨਾਂ ਕਮਲਜੀਤ ਕੋਮਲ ਪੈ ਗਿਆ ਸੀ। ਤੇ ਇਹਨਾਂ ਦੇ ਜਿਹੜੇ ਗੁਰੂ ਨੇ ਕਮਾਲ, ਇਹ ਵੀ ਮੈਂ ਬਹੁਤ ਪ੍ਰਭਾਵਿਤ ਹੋਈ ਸੀ ਕਿ ਸੰਤੋਖ ਸਿੰਘ ਧੀਰ ਜੀ ਜਿਹੜੇ ਕਿ ਨਾਮਵਰ ਸਾਡੇ ਲੇਖਕ ਨੇ, ਉਹਨਾਂ ਦੇ ਗੁਰੂ ਰਹੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਆਪਣੀ 5ਵੀਂ ਬੇਟੀ ਮੰਨ ਲਿਆ ਸੀ। ਇਸ ਕਰਕੇ
ਇਹਨਾਂ ਦਾ ਇਹ ਰਿਸ਼ਤਾ ਜਿਹੜਾ ਹੁਣ ਤੱਕ ਜਾਂ ਉਹ ਸਾਰੀ ਉਮਰ ਨਿਭ ਰਿਹਾ ਹੈ। ਸੋ ਪੜ੍ਹਾਈ ਇਹਨਾਂ ਨੇ ਚੰਡੀਗੜ੍ਹ ਤੋਂ ਕੀਤੀ ਤੇ ਰੇਡੀਓ ਸਟੇਸ਼ਨ ਤੇ ਹੋਰ ਅਖਬਾਰਾਂ ਦੇ ਵਿੱਚ ਇਹਨਾਂ ਦੀ ਜਿਹੜੀ ਸਾਹਿਤਕ ਪਰਵਾਜ਼ ਹੈ ਜਿਹੜੀ ਸਿਖਰ ਤੇ ਰਹੀ ਹਮੇਸ਼ਾ। ਤੇ ਇਹ ਬਾਅਦ ਦੇ ਵਿੱਚ ਮੇਰਾ ਖਿਆਲ ਚੰਡੀਗੜ੍ਹ ਤੋਂ ਬਾਅਦ ਇਹ ਅੱਜ ਕੱਲ ਕਿੱਥੇ ਤੁਸੀਂ ਦੁਬਈ? ਹਾਂਜੀ, ਮੈਂ 1986 ਵਿੱਚ ਦੁਬਈ ਆ ਕੇ ਵਸ ਗਈ, ਮੇਰੀ ਮੈਰਿਜ ਦੁਬਈ ਆ ਗਏ ਸੀ। ਹਾਂਜੀ, ਤੇ ਉੱਥੇ ਵੀ ਇਹਨਾਂ ਨੇ ਆਪਣਾ ਜਿਹੜਾ ਸਾਹਿਤਕ ਸਫ਼ਰ ਹੈ ਸ਼ੁਰੂ ਕੀਤਾ। ਅੱਗੇ ਇਹ ਆਪਣਾ ਆਪ ਦੱਸਣਗੇ, ਸਾਨੂੰ ਆਪਣੇ ਕਵਿਤਾ ਦੇ ਰੰਗ ਦੇ ਵਿੱਚ ਰੰਗਣਗੇ ਤੇ ਅਸੀਂ ਸਾਰੇ ਮੇਰੀ ਸ਼ਬਦ ਬੜੇ ਛੋਟੇ ਲੱਗਣਗੇ ਇਹਨਾਂ ਅੱਗੇ। ਨਹੀਂ, ਤੁਸੀਂ ਆਪਣੀ ਜਿਹੜੀ ਹੈਗੀ ਹੈ ਜੋ ਪ੍ਰਵਾਜ਼ ਦੀ ਗੱਲ ਹੈ ਆਪ ਕਰੋ ਪਲੀਜ਼। ਮੇਰੇ ਵੱਲੋਂ ਸਾਰੇ ਸਨਮਾਨਿਤ ਸਰੋਤਿਆਂ ਨੂੰ, ਕਵੀ ਜਨਾਂ ਨੂੰ, ਮੁੱਖ ਮਹਿਮਾਨ, ਪ੍ਰਬੰਧਕ ਔਰ ਮੇਨ ਰਮਿੰਦਰ ਦੀਦੀ ਜਿਨ੍ਹਾਂ ਦੇ ਸੱਦੇ ਤੇ ਮੈਂ ਆਈ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਦਰਸ਼ਨ ਕਰਨ ਨਾਲ ਮਨ ਗਦਾਗਦ ਹੋ ਗਿਆ। ਬਾਕੀ ਮੇਰੀ ਕੋਈ ਹਾਸੀਅਤ ਨਹੀਂ ਹੈ, ਉਹ ਵਾਹਿਗੁਰੂ ਕਰਵਾ ਰਿਹਾ। ਅਸੀਂ ਤਾਂ ਕਠਪੁਤਲੀਆਂ ਹੈਗੀਆਂ ਜੀ, ਜਿੱਦਾਂ ਨਚਾ ਰਿਹਾ ਨੱਚਦੇ ਜਾ ਰਹੇ ਆ। ਇੱਥੇ ਦੁਬਈ 'ਚ ਆਪਣਾ ਸਕੂਲ ਹੈਗਾ ਜੀ, ਔਰ ਪਹਿਲਾ ਪੰਜਾਬੀ ਦਾ ਗਲਫ 'ਚ ਪਹਿਲਾ ਸਕੂਲ ਹੈ ਜਿਹਦੇ 'ਚ ਪੰਜਾਬੀ ਪੜ੍ਹਾਈ ਜਾ ਰਹੀ ਹੈ। CBSE ਸਕੂਲ, ਸਪਰਿੰਗਡਲ ਇੰਡੀਅਨ ਸਕੂਲ ਸ਼ਾਰਜਾ 'ਚ ਹੈਗਾ ਜੀ। ਉਹਦੀ ਸੇਵਾ ਮੈਂ ਨਿਭਾ ਰਹੀ ਹਾਂ, ਉਹਦੀ ਓਨਰਸ਼ਿਪ ਵਾਹਿਗੁਰੂ ਨੇ ਮੈਨੂੰ ਮੇਰੇ ਤੋਂ ਸੇਵਾ ਲੈ ਰਹੇ ਜੀ। ਬਾਕੀ ਮੈਂ ਬਚਪਨ ਤੋਂ ਲਿਖਦੀ ਆ ਰਹੀ ਹਾਂ, ਔਰ ਹੁਣ ਮੈਂ ਜਦੋਂ ਸਾਰਾ ਤੋਲ ਮੋਲ ਕਰ ਰਹੀ ਸੀਗੀ ਕਵੀ ਦਰਬਾਰ ਦਾ, ਤਾਂ ਮੈਨੂੰ ਲੱਗਿਆ ਵੀ ਕਾਫੀ ਭਾਰੀ ਕਾਫੀ ਹੈਵੀ ਜਿਹਾ ਮਾਹੌਲ ਹੋ ਗਿਆ। ਮੇਰਾ ਦਿਲ ਕਰਿਆ ਮੈਂ ਬੱਚਾ ਬਣ ਕੇ ਹੁਣ ਤੁਹਾਨੂੰ ਵੀ ਬੱਚਾ ਬਣਾਵਾਂ, ਆਪਾਂ ਬਚਪਨ ਦੀ ਗੱਲ ਕਰ ਲਈਏ। ਬਾਕੀ ਮੈਂ ਕਵਿਤਾ ਕਾਫੀ ਲਈਆਂ ਹੋਈਆਂ ਸੀਗੀਆਂ, ਪਰ ਮੇਰਾ ਤਕਾਜ਼ਾ ਹੁੰਦਾ ਵੀ ਕਵੀ ਸਭਾ ਕਿੱਦਾਂ ਦੀ ਚੱਲਦੀ, ਉਹਦੇ 'ਚ ਥੋੜਾ ਚੇਂਜ ਲਿਆਂਦਾ ਜਾਵੇ, ਤਾਂ ਕਰਕੇ। ਹਾਂਜੀ, ਮੈਂ ਕਿਉਂਕਿ ਸਾਵਣ ਦਾ ਵੀ ਤੁਸੀਂ ਵਿੱਚ ਬੋਲਿਆ, ਉਹਦੇ ਕਰਕੇ ਮੈਂ ਸਾਵਣ ਤੇ ਹੀ ਸ਼ੁਰੂ ਕਰ ਰਹੀ ਹਾਂ ਜੀ, ਮੀਂਹ ਤੋਂ ਬਾਅਦ। ਹਾਂਜੀ, ਇਹ ਬਚਪਨ ਦੀ ਲਿਖੀ ਹੋਈ ਹੈ ਔਰ ਬੱਚਿਆਂ ਵਾਲੀ ਕਵਿਤਾ। ਸਾਰੇ ਅੱਜ ਬੱਚਾ ਬਣ ਜਾਓ, ਸੁਣੋ ਔਰ ਯਾਦ ਕਰੋ ਆਪਣੀਆਂ ਗਲੀਆਂ। ਗगन ਜਿਵੇਂ ਇੱਕ ਯੁੱਧ ਸੀ ਹੋਇਆ, ਖੂਨ ਪਸੀਨਾ ਯੋਧਿਆਂ ਦਾ ਚੋਇਆ। ਗगन ਵਿੱਚ ਜਿਵੇਂ ਯੁੱਧ ਸੀ ਹੋਇਆ, ਖੂਨ ਪਸੀਨਾ ਯੋਧਿਆਂ ਦਾ ਚੋਇਆ। ਕਦੇ ਗਰਜਦੇ ਖੂਬ ਨਜ਼ਾਰੇ, ਕਦੇ ਗਰਜਦੇ ਖੂਬ ਨਗਾਰੇ, ਕਦੇ ਤਲਵਾਰਾਂ ਦੇ ਲਿਸ਼ਕਾਰੇ। ਜਿਹੜੀ ਉਹ ਆਪਣਾ ਬਿਜਲੀ ਕੜਕਦੀ ਹੈ। ਕਦੀ ਗਦਾ ਦੀ ਕੜਕੜ ਮਾਰੇ, ਬੱਚੇ ਡਰ ਡਰ ਛਿਪਦੇ ਸਾਰੇ। ਉਸ ਟਾਈਮ ਜਦੋਂ ਅਸੀਂ ਬੱਚੇ ਸੀਗੇ, ਡਰਦੇ ਸੀਗੇ, ਛਿਪਦੇ ਸੀਗੇ। ਮੈਂ ਉਹੀ ਰੰਗ ਤੁਹਾਨੂੰ ਦਿਖਾ ਰਹੀ ਹਾਂ। ਦੇਖ ਕੇ ਬਿਜਲੀ ਦੇ ਲਿਸ਼ਕਾਰੇ, ਕੋਮਲ ਬੈਠ ਕੇ ਕਾਬ ਉਚਾਰੇ। ਮੀਂਹ ਹਟਿਆ ਧੁੱਪ ਚਾਨਣ ਹੋਇਆ, ਗਿੱਦੜ ਬੱਚਾ। ਮੀਂਹ ਹਟਿਆ ਧੁੱਪ ਚਾਨਣ ਛਾਇਆ, ਗਿੱਦੜ ਬੱਚਾ ਸ਼ੇਰ ਬਣ ਆਇਆ। ਮੈਂ ਡਰਦੀ ਬਹੁਤ ਸੀਗੀ, ਪਰ ਜਦੋਂ ਚਾਨਣ ਹੋ ਜਾਂਦਾ ਸੀਗਾ ਫਿਰ ਸ਼ੇਰਨੀ ਬਣ ਜਾਂਦੀ ਸੀਗੀ ਆਪਣੇ ਆਪ ਨੂੰ। ਭੱਜਿਆ ਫਿਰ ਗਲੀਆਂ ਵਿੱਚੋਂ, ਖੇਡਣ ਲਈ ਉਹਨੇ ਜਥਾ ਬੁਲਾਇਆ। 4 ਘੰਟੇ ਦੀ ਮੁਸਲਾਧਾਰ ਨੇ ਬੱਚਿਆਂ ਨੂੰ ਸੀ ਕੈਦੀ ਬਣਾਇਆ। ਬੱਚੇ ਛੁਪਣ ਛਪਾਈ ਖਲੰਦੇ, ਗਲੀ ਬਾੜੇ ਵਿੱਚ ਮਾਰਨ ਦੜੰਗੇ। ਉਧਰ ਦੇਬੀ ਸ਼ਰਾਬੀ ਆਇਆ, ਚੱਕ ਕੇ ਸੋਟਾ ਲੈਣ ਨੂੰ ਪੰਗੇ। ਚਰਨਾ ਮੱਝਾਂ ਚਾਰਨ ਲੈ ਗਿਆ, ਬੁੱਲ ਸੀ ਉਸਨੇ ਪਾਨ ਨਾਲ ਰੰਗੇ। ਸੀਤੋਂ ਭੱਜ ਕੇ ਕੱਖਾਂ ਨੂੰ ਜਾਵੇ, ਕੱਖ ਚੋਰੀ ਕਰਦੀ ਜਮਾਂ ਨਾ ਸੰਗਦੀ। ਚਾਦਰ ਦਾਤੀ ਲੈ ਕੇ ਜਾਂਦੀ, ਪਰ ਕਿਸੇ ਕੋਲੋਂ ਉਹ ਕੁਝ ਨਾ ਮੰਗਦੀ। ਚਾਦਰ ਦਾਤੀ ਲੈ ਕੇ ਜਾਂਦੀ, ਪਰ ਕਿਸੇ ਕੋਲੋਂ ਉਹ ਕੁਝ ਨਾ ਮੰਗਦੀ। ਆਕੜ ਨਾਲ ਉਹ ਮਿੰਟਾਂ ਵਿੱਚ ਹੀ ਪੰਡ ਭਾਰੀ ਜਈ ਲੈ ਕੇ ਲੰਘਦੀ। ਮੈਂ ਛੱਤ ਤੇ ਬੈਠੀ ਸਾਰਾ ਕੁਝ ਇਹ ਨਜ਼ਾਰਾ ਦੇਖ ਰਹੀ। ਪਿੱਛੇ ਪਿੱਛੇ ਜੱਟ ਬਚਨਾ ਗਾਲਾਂ ਕੱਢਦਾ ਖੰਘਦਾ ਆਵੇ। ਮੈਂ ਕਿਹਾ ਤਾਏ ਕੀ ਹੋਇਆ, ਚੋਰ ਨੀ ਸੀਤੋ ਕਹਿੰਦਾ ਜਾਵੇ। ਸੀਤੋ ਸੁੱਟ ਕੇ ਪੰਡ ਮੱਝਾਂ ਅੱਗੇ, ਕਹਿੰਦੀ ਬਚਨੇ ਦੱਸ ਮੈਂ ਕੀ ਕੀਤਾ ਭਾਈ।
ਬਚਨਾ ਆਖੇ ਮੇਰੀ ਚਰੀ ਬਰਸੀਨ ਤੂੰ ਵੱਡੀ, ਮੇਰਾ ਖੇਤ ਅੱਧਾ ਤੂੰ ਕੀਤਾ। ਸੀਤੋ ਆਕੜ ਨਾਲ ਆਖਦੀ ਕਿ ਕੀ ਹੋਇਆ ਜੇ ਇੱਕ ਰੁੱਗ ਵੱਢ ਲਿੱਤਾ। ਗਲਾਸ ਭਰਾ ਦੁੱਧ ਲੈ ਜਾਮੀ, ਰੁਕ ਜਰਾ ਧਾਰ ਕੱਢ ਲਿਆ। ਬਚਨਾ ਠੰਡਾ ਸਾਤ ਹੋ ਗਿਆ, ਮੰਜੇ ਉੱਤੇ ਚੁੱਪ ਕਰਕੇ ਬੈਠ ਗਿਆ। ਉਧਰੋਂ ਸੰਤਾ ਮਾਲੀ ਚੀਕੇ, ਮੇਰੇ ਸਾਰੇ ਅੰਬ ਤੋੜ ਤੁਸੀਂ ਲਿੱਤੇ। ਮੇਰੀ ਦਾਦੀ ਆਖੇ ਕਿਹਨੇ ਭਾਈ, ਕਹਿੰਦਾ ਤੇਰੇ ਪੋਤਿਆਂ ਨੇ ਤੋੜ ਹੀ ਲਿੱਤੇ। ਕੋਈ ਗੱਲ ਨਹੀਂ ਮੇਰੇ ਭਾਈ, ਮੇਰੇ ਪੋਤੇ ਕੁਝ ਲੱਗਦੇ ਨੇ ਤੇਰੇ। ਲੈ ਸੰਤੇ ਘੁੱਟ ਚਾਹ ਦਾ ਪੀ ਲੈ, ਚਾਹ ਪੀ ਲੈ ਤੇ ਰੋਟੀ ਵੀ ਖਾ ਲੈ। ਚਾਹ ਰੋਟੀ ਉਹ ਗੱਟ ਗੱਟ ਖਾਂਦਾ, ਚੁੱਪ ਕਰਕੇ ਬਾਗ ਨੂੰ ਚਲਾ ਜਾਂਦਾ। ਮੀਂਹ ਬਾਅਦ ਜੋ ਰੰਗ ਤਮਾਸੇ, ਆ ਕੇ ਪਿੰਡ ਚ ਦੇਖ ਠੱਠੇ ਹਾਸੇ। ਸ਼ਹਿਰਾਂ ਵਿੱਚ ਅਸੀਂ ਟੀਵੀ ਝਾਕੇ, ਨਾ ਹਾਸੇ ਨਾ ਝਗੜੇ ਝਾਟੇ। ਕੁਦਰਤ ਵਸਦੀ ਵਿੱਚ ਪਿੰਡਾਂ ਦੇ, ਸਿੱਧੇ ਸਾਦੇ ਲੋਕ ਪਿੰਡਾਂ ਦੇ, ਸਿੱਧੇ ਸਾਦੇ ਲੋਕ ਪਿੰਡਾਂ ਦੇ। ਇਹ ਜੀ ਮੈਂ 16-17 ਸਾਲ ਦੀ ਸੀਗੀ ਉਦੋਂ ਲਿਖੀ ਸੀਗੀ, ਪਰ ਮੈਂ ਹੁਣ ਦੇਖਦੀ ਹਾਂ ਵੀ ਹਲਕਾ ਜਿਹਾ ਕੋਈ ਸੁਣਾਇਆ ਜਾਵੇ, ਕਿਉਂਕਿ ਕਾਫੀ ਭਾਰੀ ਪਹਿਲਾਂ ਹੀ ਲੋਕ ਪੈਂਡੇਮਿਕ ਸਿਚੁਏਸ਼ਨ ਚ ਦੁਖੀ ਹੈਗੇ, ਥੋੜਾ ਹਸਾਇਆ ਜਾਵੇ ਤਾਂ ਫਿਰ ਮੈਂ ਇਹ ਚੂਜ਼ ਕੀਤੀ ਹੈਗੀ ਹੈ। ਬਹੁਤ ਅੱਛਾ, ਬਹੁਤ ਅੱਛਾ। ਹਾਂਜੀ, ਅਗਰ ਇਜਾਜ਼ਤ ਹੋਵੇ ਤਾਂ ਇੱਕ ਆਉਂਦੇ ਚਲੋ ਫਟਾਫਟ। ਹਾਂਜੀ ਆਉਂਦੇ। ਠੀਕ ਹੈ ਜੀ। ਦੂਸਰੀ ਹੁਣ ਜਿਹੜੀ ਮਨੋਵਸਤਾ ਹੋ ਗਈ ਹੈ, 50 ਸਾਲ ਨੂੰ ਟੱਪ ਗਏ ਹੈ ਤਾਂ ਅੱਗੇ ਦੁਨੀਆ ਤੁਰੀ ਜਾ ਰਹੀ ਹੈ, ਉਹਦੇ ਕਰਕੇ ਜਿਹੜਾ ਮੈਂ ਅਦੁੱਤੀ ਝਲਕ, ਇਹ ਪਰਮਾਤਮਾ ਦੇ ਨਾਮ ਤੇ ਹੈਗੀ ਹੈ। ਅਦੁੱਤੀ ਝਲਕ, ਮਨ ਦੀ ਕੋਠੜੀ ਅੰਦਰ ਅੜੀਓ, ਕਾਲਾ ਘੁੱਪ ਹਨੇਰਾ ਸੀ। ਮੇਰੀ ਮਨ ਦੀ ਕੋਠੜੀ ਅੰਦਰ ਅੜੀਓ, ਕਾਲਾ ਘੁੱਪ ਹਨੇਰਾ ਸੀ। ਰੂਹ ਤੜਫਦੀ ਮਛਲੀ ਵਾਂਗਰ, ਪੰਜਾਂ ਚੋਰਾਂ ਨੇ ਲੁੱਟਿਆ ਤਨ ਮੇਰਾ ਸੀ। ਰੂਹ ਤੜਫਦੀ ਮਛਲੀ ਵਾਂਗਰ, ਪੰਜਾਂ ਚੋਰਾਂ ਨੇ ਲੁੱਟਿਆ ਤਨ ਮੇਰਾ ਸੀ। ਮੈਂ ਬਾਲਣ ਗਈ ਦੀਵਾ ਅੰਦਰ, ਮੇਰਾ ਆਪਾ ਉੱਥੇ ਖੋ ਗਿਆ। ਮੈਂ ਬਾਲਣ ਗਈ ਦੀਵਾ ਅੰਦਰ, ਮੇਰਾ ਆਪਾ ਉੱਥੇ ਖੋ ਗਿਆ। ਅਦੁੱਤੀ ਝਲਕ ਮਾਲਕ ਨੇ ਦਿੱਤੀ, ਰੂਹ ਵਿੱਚ ਚੰਦ ਸਮੋ ਗਿਆ। ਅਦੁੱਤੀ ਝਲਕ ਮਾਲਕ ਨੇ ਦਿੱਤੀ, ਮੇਰੀ ਰੂਹ ਵਿੱਚ ਚੰਦ ਸਮੋ ਗਿਆ। ਕੋਈ ਲਫ਼ਜ਼ ਨਹੀਂ ਕਹਿਣ ਵਾਸਤੇ, ਸੱਚੇ ਸਾਈਆਂ ਇਹ ਕੀ ਹੋ ਗਿਆ। ਕੋਈ ਲਫ਼ਜ਼ ਨਹੀਂ ਕਹਿਣ ਵਾਸਤੇ, ਸੱਚੇ ਸਾਈਆਂ ਇਹ ਕੀ ਹੋ ਗਿਆ। ਮੇਰੀ ਰੂਹ ਪਈ ਲਿਸ਼ਕਾ ਮਾਰੇ, ਫੁੱਲਾਂ ਤੋਂ ਤਨ ਫੁੱਲਾਂ ਤੋਂ ਹੋਲਾ ਬਿਨਾ ਖਾਰੇ। ਖਾਰ ਹੁੰਦੇ ਜਿਹੜੇ ਗੰਦੀਆਂ ਚੀਜ਼ਾਂ ਸਾਡੇ ਮਨਾਂ ਚ ਪਈਆਂ ਹੁੰਦੀਆਂ, ਉਹ ਸਾਰੀਆਂ ਨਿਕਲ ਗਈਆਂ ਔਰ ਬਿਲਕੁਲ ਇੱਕਦਮ ਨਿਰਮਲ। ਮੇਰੀ ਰੂਹ ਪਈ ਲਿਸ਼ਕਾ ਮਾਰੇ, ਤਨ ਹੌਲਾ ਬਿਨਾ ਖਾਰੇ, ਬਿਨਾ ਕੰਡਿਆਂ ਤੋਂ। ਉੜਦੀ ਉੜਦੀ ਘਰ ਵੱਲ ਆਈ, ਮਾਂ ਬਾਪ ਨੂੰ ਮੇਰੀ ਚਾਲ ਨਾ ਪਾਈ। ਮੈਂ ਉੜਦੀ ਉੜਦੀ ਘਰ ਨੂੰ ਆਈ, ਮਾਂ ਬਾਪ ਨੂੰ ਮੇਰੀ ਚਾਲ ਨਾ ਪਾਈ। ਕਹਿੰਦੇ ਕੁੜੀ ਤਾਂ ਪਾਗਲ ਹੋ ਗਈ, ਕਹਿੰਦੇ ਕੁੜੀ ਤਾਂ ਪਾਗਲ ਹੋ ਗਈ। ਮੈਂ ਸੁਣਿਆ ਤੇ ਬੂਹਾ ਢੋ ਲਿਆ। ਇੱਕ ਅਦੁੱਤੀ ਝਲਕ ਨੇ ਅੜੀਓ, ਇੱਕ ਅਦੁੱਤੀ ਝਲਕ ਐਸੀ ਆਈ। ਮੇਰੀ ਰੂਹ ਵਿੱਚ ਚੰਨ ਸਮੋ ਗਿਆ, ਮੇਰੀ ਰੂਹ ਵਿੱਚ ਚੰਨ ਸਮੋ ਗਿਆ। ਵਾਹ ਜੀ ਵਾਹ, ਬਹੁਤ ਹੀ ਅੱਛਾ। ਬੜਾ ਸੋਹਣਾ ਰੰਗ ਬੰਨਿਆ, ਬੜਾ ਤੁਸੀਂ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਕਵਿਤਾ ਆਪਣੀ ਸੁਣਾਉਣ ਦੀ ਕੋਸ਼ਿਸ਼ ਕੀਤੀ, ਬੜੀ ਅੱਛੀ ਲੱਗੀ। ਬਾਕੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਾਹਰ ਵਿਦੇਸ਼ ਦੇ ਵਿੱਚ ਰਹਿ ਕੇ, ਪੰਜਾਬੀ ਲਈ ਬਹੁਤ ਵੱਡਾ ਇਹ ਕੰਮ ਹੈ। ਸੋ ਤੁਹਾਨੂੰ ਅਸੀਂ ਸਲਾਮ ਕਰਦੇ ਹਾਂ। ਸੋ ਬਹੁਤ ਧੰਨਵਾਦ। ਨੈਕਸਟ ਜਿਹੜੇ ਸਾਡੇ ਕਵਿਤਰੀ ਨੇ ਉਹ ਹੈਗੇ ਆ ਰਜਨੀ ਜੱਗਾ ਜੀ। ਰਜਨੀ ਜੱਗਾ ਜੀ ਲੈਕਚਰਰ, ਡਾਈਟ ਫਿਰੋਜ਼ਪੁਰ, MA, MEd
ਹੈਗੇ ਨੇ, ਕਵਿਤਾਵਾਂ ਲਿਖਦੇ ਆ ਤੇ ਬਾਕੀ ਉਹ ਵੀ ਬਹੁਪੱਖੀ ਜਿਹੜੇ ਸ਼ਖਸੀਅਤ ਨੇ। ਉਹਨਾਂ ਨੇ ਸਟੇਜ ਵਗੈਰਾ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ, ਕਵੀ ਦਰਬਾਰਾਂ ਦੇ ਵਿੱਚ ਕਾਫੀ ਭਾਗ ਲਿਆ। ਬਾਕੀ ਆਪਣੇ ਆਪ ਬਾਰੇ ਦੱਸਣਗੇ। ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੇ ਜਿਹੜੇ ਕਵਿਤਾ ਦਾ ਰੰਗ ਸਾਨੂੰ ਪੇਸ਼ ਕਰੋ ਪਲੀਜ਼। ਹਾਂਜੀ, ਸਭ ਨੂੰ ਆਦਰ ਭਰੀ ਨਮਸਤੇ। ਮੈਂ ਰਜਨੀ ਜੱਗਾ, ਲੈਕਚਰਰ ਡਾਈਟ ਫਿਰੋਜ਼ਪੁਰ, ਆਪਦੇ ਸਨਮੁਖ ਹਾਜ਼ਰ ਹਾਂ। ਮੈਨੂੰ ਇਸ ਗਰੁੱਪ ਦੇ ਜਿਹੜੇ ਅੰਤਰਰਾਸ਼ਟਰੀ ਕਵੀ ਦਰਬਾਰ ਦੇ ਕਰਤਾ ਧਰਤਾ ਮੈਮ ਰਮਿੰਦਰ ਮੈਮ, ਮੈਂ ਵੈਸੇ ਵੱਡੀ ਭੈਣ ਦੀ ਤਰ੍ਹਾਂ ਮੰਨਦੀ ਹਾਂ ਉਹਨਾਂ ਨੂੰ, ਉਹਨਾਂ ਲਈ ਕੁਝ ਕਹਿਣਾ ਚਾਹਾਂਗੀ। ਤੁਸੀਂ ਗਰੁੱਪ ਦੀ ਸ਼ਾਨ ਆਨ, ਗਰੁੱਪ ਦਾ ਮਾਨ ਸਤਿਕਾਰ ਹੋ। ਤੁਸੀਂ ਗਰੁੱਪ ਦੀ ਆਨ ਸ਼ਾਨ, ਗਰੁੱਪ ਦਾ ਮਾਨ ਸਤਿਕਾਰ ਹੋ। ਇਸ ਗੁਰੂ ਪੀਰਾਂ ਦੀ ਧਰਤੀ ਤੇ ਕੋਈ ਮੱਥੇ ਚਮਕ ਵਾਲਾ ਮਤਾਬ ਹੋ, ਕੋਈ ਮੱਥੇ ਚਮਕ ਵਾਲਾ ਮਤਾਬ ਹੋ। ਸਾਰਾ ਗਰੁੱਪ ਆਪ ਜੀ ਦੀ ਲੀਕਾਂ ਤੇ ਹੈ, ਇਸ ਵਿੱਚ ਮੈਂ ਵੀ ਰਜਨੀ ਸ਼ਾਮਲ ਹਾਂ। ਮੈਂ ਆਪ ਜੀ ਨੂੰ ਦਿਲੋਂ ਧੰਨਵਾਦ ਕਰਦੀ ਹਾਂ, ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਆਪਣੀ ਕਵਿਤਾ ਸਾਵਨ ਤੇ ਲੈ ਕੇ ਹਾਜ਼ਰ ਹਾਂ। ਇੱਕ ਬੋਲੀ ਨਾਲ ਸ਼ੁਰੂ ਕਰਾਂਗੀ। ਵੀਰਾ ਵੇ ਮੁਰੱਬਿਆਂ ਵਾਲਾ, ਵੀਰਾ ਵੇ ਮੁਰੱਬਿਆਂ ਵਾਲਾ, ਵੀਰਾ ਵੇ ਮੁਰੱਬਿਆਂ ਵਾਲਾ, ਭਰ ਬਿਸਕੁਟਾਂ ਦਾ ਪੀਪਾ ਲਿਆਈ, ਭਰ ਬਿਸਕੁਟਾਂ ਦਾ ਪੀਪਾ ਲਿਆਈ। ਸਖੀਆਂ ਉਡੀਕਦੀਆਂ, ਛੇਤੀ ਚੜ੍ਹ ਘੋੜੀ ਤੇ ਆਈ, ਛੇਤੀ ਚੜ੍ਹ ਘੋੜੀ ਤੇ ਆਈ। ਧੰਨਵਾਦ। ਕਵਿਤਾ ਲੈ ਕੇ ਹਾਜ਼ਰ ਹਾਂ। ਸਾਵਨ ਦੇ ਦਿਨ ਆ ਗਏ, ਸਾਵਨ ਦੇ ਦਿਨ ਆ ਗਏ, ਕਾਲੀ ਘਟ ਛਾ ਗਈ। ਸਾਵਨ ਦੇ ਦਿਨ ਆ ਗਏ, ਕਾਲੀ ਘਟ ਛਾ ਗਈ। ਮੋਰ ਬਾਗੀ ਪਹਿਲਾਂ ਪਾਉਂਦੇ, ਬੱਦਲ ਵੀ ਰਿਮ ਰਿਮ ਮੀਂਹ ਵਰਸਾਉਂਦੇ। ਮੋਰ ਬਾਗੀ ਪਹਿਲਾਂ ਪਾਉਂਦੇ, ਬੱਦਲ ਵੀ ਰਿਮ ਰਿਮ ਮੀਂਹ ਵਰਸਾਉਂਦੇ। ਖੀਰ ਪੂੜੇ ਪਕੌੜੇ ਕੱਢ ਨੀ ਮਾਏ, ਮੈਂ ਖਾਣਾ ਚਾਹੁੰਦੀ ਹਾਂ। ਮੈਂ ਬਾਬਲਾ ਪੇਕੇ ਘਰ ਆਉਣਾ ਚਾਹੁੰਦੀ ਹਾਂ, ਮੈਂ ਬਾਬਲਾ ਪੇਕੇ ਘਰ ਆਉਣਾ ਚਾਹੁੰਦੀ ਹਾਂ। ਹੁਣ ਡਿਜੀਟਲ ਸਮੇਂ ਵਿੱਚ ਅਸੀਂ ਵੀ ਡਿਜੀਟਲ ਹੋ ਗਏ ਹਾਂ, ਹੁਣ ਡਿਜੀਟਲ ਸਮੇਂ ਵਿੱਚ ਅਸੀਂ ਵੀ ਡਿਜੀਟਲ ਹੋ ਗਏ ਹਾਂ। ਨਾ ਹੁਣ ਕੂਕਦੇ ਨੇ ਬਾਗਾਂ ਵਿੱਚ ਮੋਰ, ਨਾ ਗਿੱਧੇ ਵਿੱਚ ਪੌਣ, ਨਾ ਨੰਗੇ ਪਿੰਡੇ ਨਹਾਉਣ ਬਾਲ। ਮਾਡਰਨ ਲੋਕਾਂ ਪਾਸ ਕਿਸੇ ਪਾਸ ਵੀ ਸਮਾਂ ਨਹੀਂ, ਨਾ ਪਿੱਪਲ ਬਰੋਟੇ ਉੱਤੇ ਪੀਂਘ ਝੂਟਦੀ, ਨਾ ਪਿੱਪਲ ਬਰੋਟੇ ਉੱਤੇ ਪੀਂਘ ਝੂਟਦੀ। ਪਰ ਮੈਂ ਫਿਰ ਵੀ ਪੇਕੇ ਆਉਣਾ ਚਾਹੁੰਦੀ ਹਾਂ, ਖੀਰ ਪੂੜੇ ਖਾਣਾ ਚਾਹੁੰਦੀ ਹਾਂ। ਸੌਣ ਵਿੱਚ ਭੈਣਾਂ ਦੇ ਸੰਧਾਰੇ ਆਉਂਦੇ, ਭੈਣਾਂ ਨੂੰ ਤਾਂ ਵੀਰ ਦਿਲੋਂ ਪਾਉਂਦੇ। ਚਾਰੇ ਪਾਸੇ ਮਹਿਕਾ ਖਿਲਾਉਂਦੇ, ਸੋਹਣੀਆਂ ਭੈਣਾਂ ਸੋਹਣੇ ਚਾਅ। ਪੇਕੇ ਘਰ ਸਦਾ ਹੀ ਆਬਾਦ ਰਹਿਣ, ਵਸਣ ਵੇੜੇ ਵੇ ਬਾਬਲਾ। ਮੈਂ ਸਾਵਨ ਮਨਾਨ ਪੇਕੇ ਘਰ ਆਉਣਾ ਚਾਹੁੰਦੀ ਹਾਂ, ਸਾਵਨ ਮਨਾਨ ਪੇਕੇ ਘਰ ਆਉਣਾ ਚਾਹੁੰਦੀ ਹਾਂ। ਖੀਰ ਪੂੜੇ ਪਕੌੜੇ ਖਾਣਾ ਚਾਹੁੰਦੀ ਹਾਂ, ਖਾ ਕੇ ਸਾਵਨ ਬਣਾ ਕੇ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹਾਂ। ਮੈਂ ਸਾਵਨ ਮਨਾਉਣਾ ਚਾਹੁੰਦੀ ਹਾਂ। ਧੰਨਵਾਦ। ਵਾਹ ਜੀ ਵਾਹ, ਬਹੁਤ ਅੱਛਾ। ਤੁਸੀਂ ਅੱਜ ਜਿਹੜਾ ਅਜੋਕੇ ਸਮਾਂ, ਜਿਹੜਾ ਬਦਲਦਾ ਸਮਾਂ ਹੈ, ਬਦਲ ਗਿਆ ਸਮਾਂ ਹੈ ਬਹੁਤ, ਤੇ ਉਹਦੇ ਵਿੱਚ ਇਸਤਰੀ ਮਨ ਦੀਆਂ ਜਿਹੜੀਆਂ ਮਨ ਦੀਆਂ ਇਛਾਵਾਂ ਨੇ, ਉਹਨਾਂ ਨੂੰ ਬੜਾ ਬਖੂਬੀ ਪੇਸ਼ ਕੀਤਾ। ਸੋ ਬਹੁਤ ਧੰਨਵਾਦ। ਬੜਾ ਅੱਛਾ ਲਿਖਦੇ ਹੋ, ਜਾਰੀ ਰੱਖੋ, ਸਾਡੇ ਨਾਲ ਸਾਂਝ ਪਾਉਂਦੇ ਰਹੋ। ਸੋ ਨੈਕਸਟ ਸਰਜੀਤ ਜੀ ਭੈਣ ਜੀ, ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਨਾ, ਮੈਨੂੰ ਜ਼ਿਆਦਾ ਨਹੀਂ ਪਤਾ ਲੱਗ ਰਿਹਾ ਆਪਣੇ ਨਾਲ ਹੋਰ ਕੌਣ, ਬਈ ਜੇ ਮੈਂ ਰਹਿ ਜਾਵੇ ਕੋਈ ਤਾਂ ਮੈਨੂੰ ਪਲੀਜ਼ ਦੱਸਦੇ ਰਹੋ। ਤੇ ਸਾਡੇ ਨਾਲ ਰਿੰਟੂ ਭਾਟੀਆ ਜੀ ਜੁੜੇ ਸੀਗੇ ਸਾਡੇ ਇੱਥੋਂ, ਬਹੁਤ ਅੱਛਾ ਲਿਖਦੇ ਵੀ ਹੈ, ਗਾਉਂਦੇ ਬਹੁਤ ਅੱਛਾ ਹੈ। ਤੇ ਪਰੀ ਧਾਲੀਵਾਲ ਜੁੜੇ ਨੇ। ਬਾਕੀ ਜੋ ਮੈਨੂੰ ਨਜ਼ਰ ਆ ਰਿਹਾ ਮੈਂ ਉਹ ਨਾਲ ਦੀ ਨਾਲ ਬੋਲਦੀ ਰਵਾਂਗੀ। ਸੋ ਅੱਗੇ ਮੈਂ ਪ੍ਰੋਗਰਾਮ ਅੱਗੇ ਵਧਾਉਂਦੀ ਹੋਈ ਮਨਜੀਤ ਕੌਰ ਲੁਧਿਆਣਵੀ, ਮਨਜੀਤ ਕੌਰ ਲੁਧਿਆਣਵੀ ਜੀ, ਉਹ MA BEd ਨੇ, ਟੀਚਰ ਨੇ ਤੇ ਲਿਖਦੇ ਨੇ, ਤੇ ਉਹ ਪਲੀਜ਼ ਆਪਣੀ ਕਵਿਤਾ ਦਾ ਰੰਗ ਸਾਡੇ ਨਾਲ ਸਾਂਝਾ ਕਰਨ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਮੈਂ ਸਪੈਸ਼ਲੀ ਰਮਿੰਦਰ ਵਾਲੀਆ ਜੀ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਮੰਚ ਦੇ ਨਾਲ ਜੋੜਿਆ ਮੈਨੂੰ। ਵੈਲਕਮ। ਤੇ ਮੈਂ ਸਾਵਣ ਤੇ ਲਿਖੀ ਹੈ ਰਚਨਾ ਜੀ, ਉਹੀ ਪੇਸ਼ ਕਰਨ ਜਾ ਰਹੀ ਹਾਂ ਜੀ। ਲਾਲ ਲਾਲ ਬੰਗਾ।
ਵਾਹ ਜੀ ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਵੰਗਾਂ ਤੋਂ ਪਵਾ ਦੇ ਵਿਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਵੰਗਾਂ ਤੋਂ ਪਵਾ ਦੇ ਵਿਹਾਣੀਆਂ, ਨਾਲੇ ਸੋਹਣਾ ਜਿਹਾ ਸੂਟ ਇੱਕ, ਨਾਲੇ ਸੋਹਣਾ ਜਿਹਾ ਸੂਟ ਇੱਕ, ਨਾਲ ਫੁੱਲਕਾਰੀ ਦੇ ਸਵਾ ਦੇ ਵਿਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਮੱਥੇ ਲਈ ਟਿੱਕਾ ਸੋਹਣਾ ਕੰਨਾਂ ਦੇ ਲਈ ਬਾਲੀਆਂ, ਮੱਥੇ ਲਈ ਟਿੱਕਾ ਸੋਹਣਾ ਕੰਨਾਂ ਦੇ ਲਈ ਬਾਲੀਆਂ, ਝਾਂਜਰਾਂ ਦੁਆਮੀ ਜਿੱਦ ਵਿੱਚ ਹੋਣ ਜਾਲੀਆਂ, ਪੱਬ ਰੱਖਾਂ ਬੋਚ ਬੋਚ ਕੇ, ਪੱਬ ਰੱਖਾਂ ਬੋਚ ਬੋਚ ਕੇ, ਕੱਢਵੀਂ ਜੁੱਤੀ ਤੂੰ ਦਵਾ ਦੇ ਵਿਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਸਾਵਣ ਮਹੀਨਾ ਦਿਲ ਮੋਰ ਵਾਂਗ ਨੱਚਦਾ ਫਿਰੇ, ਸਾਵਣ ਮਹੀਨਾ ਦਿਲ ਮੋਰ ਵਾਂਗ ਨੱਚਦਾ ਫਿਰੇ, ਪਾ ਕੇ ਸਦਰਾਂ ਦਾ ਗੀਤ ਗਲ, ਪਾ ਕੇ ਸਦਰਾਂ ਦਾ ਗੀਤ ਗਲ, ਹਰ ਕੋਈ ਜੱਚਦਾ ਫਿਰੇ, ਕਰਦੇ ਰੀਝ ਅਧੂਰੀ ਪੂਰੀ, ਕਰਦੇ ਰੀਝ ਅਧੂਰੀ ਪੂਰੀ, ਪੀਂਗ ਪਵਾ ਦੇਵੇ ਤੂੰ ਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਜਾਮਾ ਪੇਕਿਆਂ ਨੂੰ ਬਣ ਠਾਣ, ਜਾਮਾ ਪੇਕਿਆਂ ਨੂੰ ਬਣ ਠਾਣ, ਨਾਲ ਹੋਣ ਮੇਰੇ ਸਰਦਾਰ ਜੀ, ਪਾਵਾਂ ਸੂਟ ਪਟਿਆਲਾ ਸ਼ਾਹੀ, ਟੌਰ ਬਣੇ ਫੇਰ ਕਿਰਦਾਰ ਦੀ, ਇੰਜ ਧਰਤੀ ਤੋਂ ਹੱਥ ਮਨ ਜੀਤ, ਇੰਜ ਧਰਤੀ ਤੋਂ ਹੱਥ ਮਨ ਜੀਤ, ਅੰਬਰੀ ਛੁਆ ਦੇਵੇ ਤੂੰ ਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਵੰਗਾਂ ਤੋਂ ਪਵਾ ਦੇਵੇ ਹਾਣੀਆਂ, ਨਾਲੇ ਸੋਹਣਾ ਜਿਹਾ ਸੂਟ ਇੱਕ, ਨਾਲੇ ਸੋਹਣਾ ਜਿਹਾ ਸੂਟ ਇੱਕ, ਨਾਲ ਫੁੱਲਕਾਰੀ ਦੇ ਸਵਾ ਦੇਵੇ ਤੂੰ ਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ, ਵੰਗਾਂ ਤੋਂ ਪਵਾ ਦੇਵੇ ਹਾਣੀਆਂ, ਗੋਰੀ ਚਿੱਟੀ ਵੀਣੀ ਵਿੱਚ ਲਾਲ ਲਾਲ। ਬਹੁਤ ਬਹੁਤ ਧੰਨਵਾਦ ਜੀ, ਕੋਈ ਗਲਤੀ ਹੋਵੇ ਤਾਂ ਮਾਫ ਕਰਨਾ। ਜੀ ਬਹੁਤ ਅੱਛਾ, ਤੁਸੀਂ ਗਾ ਵੀ ਬੜਾ ਅੱਛਾ ਲੈਂਦੇ ਹੋ ਤੇ ਲਿਖਿਆ ਵੀ ਆਪ ਹੈ ਤੇ ਬਹੁਤ ਅੱਛਾ ਬਣਿਆ। ਬਹੁਤ ਧੰਨਵਾਦ। ਰਜਿੰਦਰ ਸਿੰਘ ਜੀ ਨੂੰ ਵਾਰੀ ਦੇ ਦਿਓ ਹੁਣ। ਹਾਂਜੀ ਰਜਿੰਦਰ ਸਿੰਘ ਜੀ। ਹਾਂਜੀ ਰਜਿੰਦਰ ਸਿੰਘ। ਹਾਂਜੀ ਬਾਇਓਡਾਟਾ ਭੇਜਿਆ ਹੋਇਆ ਤੁਹਾਨੂੰ। ਰਜਿੰਦਰ ਸਿੰਘ ਰਾਜਨ ਜੀ। ਰਜਿੰਦਰ ਸਿੰਘ ਰਾਜਨ। ਹਾਂਜੀ ਮੈਂ ਉਹਨਾਂ ਨੂੰ ਬਾਅਦ ਚ ਬੁਲਾਉਣੀ ਹੈ, ਪਹਿਲਾਂ ਮੈਂ ਅੰਜੂ ਬਾਲਾ। ਠੀਕ ਹੈ। ਬਸ ਅੰਜੂ ਬਾਲਾ ਨਹੀਂ ਨੂੰ ਪਤਾ ਨਹੀਂ ਅੰਜੂ ਬਾਲਾ ਦੇਖੋ ਆਏ ਕਿ ਨਹੀਂ ਆਏ, ਉਹਦਾ ਮੈਸੇਜ ਨੈਟ ਨਹੀਂ ਆ ਰਿਹਾ, ਕਿਤੇ ਹਿਮਾਚਲ ਚ ਗਏ। ਮੈਂ ਫੈਰੀ ਚੰਡੀਗੜ੍ਹ ਤੋਂ। ਹਾਂਜੀ ਅੰਜੂ ਬਾਲਾ ਜੀ। ਨਹੀਂ ਅੰਜੂ ਨਹੀਂ ਆਈ ਆਈ ਥਿੰਕ। ਇਹ ਰਜਿੰਦਰ ਜੀ ਨੂੰ ਟਰਨ ਦੇ ਦਿਓ, ਉਸ ਤੋਂ ਬਾਅਦ ਡਾਕਟਰ ਨੀਨਾ ਸੈਣੀ ਨੂੰ। ਅੰਜੂ ਜੀ ਦਾ ਨੈਟ ਨਹੀਂ ਆ ਰਿਹਾ, ਮੈਸੇਜ ਆ ਰਿਹਾ ਸੀ। ਰਜਿੰਦਰ ਸਿੰਘ ਜੀ ਪਲੀਜ਼ ਤੁਸੀਂ ਆਪਣੀ ਕਵਿਤਾ ਪੇਸ਼ ਕਰੋ। ਬਹੁਤ ਬਹੁਤ ਧੰਨਵਾਦ ਜੀ ਰਮਿੰਦਰ ਬਾਲੀਆ ਜੀ, ਪ੍ਰੀਤ ਗਿੱਲ ਜੀ। ਥੈਂਕ ਯੂ ਜੀ। ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਮੁੱਚੇ ਸਾਹਿਤਕਾਰਾਂ ਨਾਲ ਮਿਲਾਉਣ ਦਾ। ਅਮਨਵੀਰ ਸਿੰਘ ਧੰਮੀ ਜੀ ਰਚਨਾ ਪੜ੍ਹ ਗਏ ਨੇ, ਬਲਵਿੰਦਰ ਕੌਰ ਖੁਰਾਣਾ ਜੀ, KS ਨੂਰ ਜੀ, ਕੋਮਲ ਜੀ, ਰਜਨੀ ਜੱਗਾ ਜੀ। ਮੈਨੂੰ ਬਹੁਤ ਵਧੀਆ ਰਚਨਾਵਾਂ ਲੱਗੀਆਂ ਇਹਨਾਂ ਦੀਆਂ, ਤੇ ਮੈਂ ਦੋ ਸ਼ੇਅਰ ਤੁਹਾਡੇ ਸਾਹਮਣੇ ਦੱਸ ਦਿਓ ਕਿ ਹਾਂ ਮੈਂ ਆਪਣੇ ਬਾਰੇ ਦੱਸ ਦਿੰਦਾ ਜੀ। ਮੇਰੀਆਂ ਮੈਂ ਕਵਿਤਾਵਾਂ ਲਿਖਦਾ ਤੇ ਬੱਚੇ ਵਾਲੀਆਂ ਬਾਲ ਕਵਿਤਾਵਾਂ ਵੀ ਲਿਖਦਾ, ਤੇ ਮੇਰਾ ਇੱਕ ਕਾਵਿ ਸੰਗ੍ਰਹਿ ਅਜੇ ਅਸੀਂ ਹੋਏ ਨਾ ਆਜ਼ਾਦ, ਬਾਲ ਕਵਿਤਾਵਾਂ ਦੀਆਂ 2 ਕਿਤਾਬਾਂ, ਘੋਰ ਕੰਡੇ ਚੂਹੇ ਲੰਡੇ, 35 ਵਾਲਾ ਗੀਤ, 2 ਕਿਤਾਬਾਂ ਮੈਂ ਸੰਪਾਦਿਤ ਕਰ ਚੁੱਕਿਆ ਹਾਂ। ਖੇਤਾਂ ਦੇ ਪੁੱਤ ਜਾਗ ਪਏ, ਏਕੇ ਦੇ ਚਿਰਾਗ, ਇੱਕ ਬਾਲ ਕਵਿਤਾਵਾਂ ਦੀ ਕਿਤਾਬ ਡਮਰੂ ਭਮੀਰੀਆਂ ਆਉਣ ਵਾਲੀ ਹੈ, ਸਿਪਾਹੀ ਦੀ ਅਧੀਨ ਹੈ। ਤੇ ਪੇਸ਼ੇ ਦੇ ਤੌਰ ਤੇ ਮੈਂ ਪ੍ਰਾਇਮਰੀ ਅਧਿਆਪਕ ਹਾਂ। ਅੱਜ ਕੱਲ੍ਹ ਬਾਲ ਸਾਹਿਤ ਦੇ ਖੇਤਰ ਵਿੱਚ ਮੈਂ ਕਹਾਣੀਆਂ ਲੈ ਕੇ ਹਾਜ਼ਰ ਹੁੰਦਾ। ਕਾਫੀ ਸਾਰੇ ਅਖਬਾਰਾਂ ਦੇ ਵਿੱਚ ਮੇਰੀਆਂ ਕਹਾਣੀਆਂ ਛਪਦੀਆਂ ਰਹਿੰਦੀਆਂ ਨੇ, ਤੇ ਅੱਜ ਮੈਂ ਤੁਹਾਨੂੰ ਸੁਣਾਉਣ ਲਈ
ਇੱਕ ਗਜ਼ਲ ਦੇ 2 ਸ਼ੇਅਰ ਤੇ ਉਸ ਤੋਂ ਬਾਅਦ ਇੱਕ ਮੈਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਗੀਤ ਪੇਸ਼ ਕਰਾਂਗਾ। ਪਹਿਲਾਂ ਗਜ਼ਲ ਦੇ 2 ਸ਼ੇਅਰ। ਹਾਂਜੀ। ਤੇਰੀ ਕਹਿਣੀ ਕਰਨੀ ਅੰਦਰ, ਤੇਰੀ ਕਹਿਣੀ ਕਰਨੀ ਅੰਦਰ ਅੰਤਰ ਹੈ, ਤੇਰੀ ਕਹਿਣੀ ਕਰਨੀ ਅੰਦਰ ਅੰਤਰ ਹੈ, ਆਪਣੇ ਲੱਗੀ ਅੱਗ ਦੂਜੇ ਘਰ ਬਸੰਤਰ ਹੈ। ਰੋਟੀ ਬਦਲੇ ਇੱਜ਼ਤ ਮੰਗਦੀ ਇਹ ਦੁਨੀਆ, ਰੋਟੀ ਬਦਲੇ ਇੱਜ਼ਤ ਮੰਗਦੀ ਇਹ ਦੁਨੀਆ, ਦਾਅਵੇ ਕਰਕੇ ਆਖੇ ਦੇਸ਼ ਸੁਤੰਤਰ ਹੈ, ਦਾਅਵੇ ਕਰਕੇ ਆਖੇ ਦੇਸ਼ ਸੁਤੰਤਰ ਹੈ। ਹੁਣ ਮੈਂ ਆਪਣਾ ਇੱਕ ਗੀਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਕੋਸ਼ਿਸ਼ ਕਰਦੇ ਹਾਂ ਕੁਛ ਗਾ ਕੇ ਪੇਸ਼ ਕਰਨ ਦੀ। ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ, ਮਿਸਰੀ ਤੋਂ ਮਿੱਠੀ ਸ਼ਹਿਦ ਜਹੀ, ਮਮਤਾ ਭਰੀ ਪੜੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਖੁਦ ਅੰਗੂਠਾ ਛਾਪ ਮਾਂ ਮੇਰੀ ਪੜਿਆਂ ਨੂੰ ਮਤ ਦੇਂਦੀ ਏ, ਗਾਲਾਂ ਕੀ ਦੀਆਂ ਨਾਲਾਂ ਦੱਸਦੀ, ਖੁਦ ਦੁਖੜੇ ਉਹ ਸਹਿੰਦੀ ਏ, ਅੰਤਾਂ ਦੇ ਉਹ ਫਕੇ ਕੱਟਦੀ ਪਰ ਸਬਰ ਦੀ ਝੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਜਾਤ ਪੰਜਾਬੀ ਪਾਤ ਪੰਜਾਬੀ, ਸ਼ਬਦਾਂ ਦੀ ਸੌਗਾਤ ਪੰਜਾਬੀ, ਭੁੱਲਿਓ ਨਾ ਕਦੇ 35 ਅੱਖਰੀ, ਸਾਡੀ ਤਾਂ ਔਕਾਤ ਪੰਜਾਬੀ, ਬਾਂਗ ਬੰਗਾਲੀ ਪਹੂ ਬਚਾਉਣੀ ਹਿੱਕ ਤੇ ਖਾ ਕੇ ਗੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ, ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਨਾਥ ਜੋਗੀਆਂ ਸੂਫੀਆਂ ਭਗਤਾਂ ਪੜਿਆ ਰਿਸ਼ੀਆਂ ਮੁਨੀਆਂ ਨੇ, ਮਾਣ ਕਰੋ ਸਭ ਮਾਂ ਬੋਲੀ ਤੇ, ਦੱਸਿਆ ਸੱਚੇ ਦੁਨੀਆ ਨੇ, ਸ਼ਬਦ ਸਲੋਕਾਂ ਨਾਲ ਭਰੀ ਹੋਈ ਹਟ ਗੁਰੂਆਂ ਨੇ ਖੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ, ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਇਸ ਬੋਲੀ ਨੂੰ ਗੁੜਤੀ ਦਿੱਤੀ, ਇਸ ਬੋਲੀ ਨੂੰ ਗੁੜਤੀ ਦਿੱਤੀ ਸਾਡੇ 5 ਦਰਿਆਵਾਂ ਨੇ, ਗਿੱਧੇ ਭੰਗੜੇ ਢੋਲੇ ਮਾਈਏ ਪਿਆਰ ਬਖਸ਼ਿਆ ਛਾਵਾਂ ਨੇ, ਪੌਦੇ ਪੰਛੀ ਭਰਨ ਹੁੰਗਾਰੇ ਰਗ ਰਗ ਸਾਡੇ ਕੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਰਾਜਨ ਨੂੰ ਉਹ ਅਨਪੜ੍ਹ ਲੱਗਦੇ ਬੋਲਣ ਤੋਂ ਹਿਚਕਾਉਂਦੇ ਜੋ, ਧਰਮੀ ਮਾਂ ਦਾ ਦੁੱਧ ਚੁੰਗ ਕੇ ਬਣ ਗੈਰ ਕੰਮ ਨਾ ਆਉਂਦੇ ਜੋ, ਚਾਲਾ ਜੁਗ ਜੁਗ ਕਰੇ ਤਰੱਕੀ ਨਾ ਬਣੇ ਪੰਜਾਬੀ ਗੋਲੀ ਓਏ, ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ, ਮਿਸਰੀ ਤੋਂ ਮਿੱਠੀ ਸ਼ਹਿਦ ਜਹੀ,
ਮਮਤਾ ਭਰੀ ਪੜੋਲੀ ਓਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ ਮੇਰੀ ਅਨਪੜ੍ਹ ਮਾਂ ਦੀ ਬੋਲੀ ਓਏ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਅੱਛਾ। ਤੁਸੀਂ ਕਹਿਣੀ ਕਰਨੀ ਦੇ ਵਿੱਚ ਜੋ ਅੱਜ ਕੱਲ ਅੰਤਰ ਹੈ ਉਹ ਤੋਂ ਗੱਲ ਸ਼ੁਰੂ ਕਰਕੇ ਬੜੀ ਹੀ ਸੁਰੀਲੀ ਆਵਾਜ਼ ਦੇ ਵਿੱਚ ਮਾਂ ਬੋਲੀ ਦਾ ਸਾਨੂੰ ਗੀਤ ਸੁਣਾਇਆ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਹਿਤਕ ਸਾਥੀਆਂ ਦਾ। ਹਾਂਜੀ, ਟਾਈਮ ਸਾਡਾ ਕਾਫੀ ਹੋ ਰਿਹਾ ਤੇ ਅਸੀਂ ਥੋੜਾ ਹੁਣ ਫਾਸਟ ਕਰਨ ਦੀ ਵੱਲ ਨੂੰ ਚੱਲ ਰਹੇ ਹਾਂ। ਤੇ ਸਾਡੇ ਅਗਲੇ ਜਿਹੜੇ ਹੈਗੇ ਆ ਸਾਡੇ ਵਿਸ਼ੇਸ਼ ਮਹਿਮਾਨ ਸਾਡੇ ਬਲਵਿੰਦਰਜੀਤ ਕੌਰ ਭੱਟੀ ਜੀ, ਉਹ ਹਾਜ਼ਰ ਹੈ। ਮੇਰੇ ਖਿਆਲ ਰਮਿੰਦਰ ਜੀ ਹੈ। ਹਾਂਜੀ 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 ਹਾਂਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹੈਡ ਆਫ ਦਾ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਬਲਵਿੰਦਰ ਕੌਰ ਭੱਟੀ ਜੀ ਸਾਡੇ ਨਾਲ ਹਾਜ਼ਰ ਨੇ। ਬਲਵਿੰਦਰਜੀਤ ਕੌਰ ਭੱਟੀ ਜੀ, ਇਹਨਾਂ ਨਾਲ ਸਾਡੇ ਬਹੁਤ ਮੇਰੇ ਤਾਂ ਭਾਬੀ ਜੀ ਵੀ ਹੈ, ਟੀਚਰ ਵੀ ਹੈ, ਭੈਣ ਜੀ ਵੀ ਹੈ, ਸਾਰਾ ਕੁਛ ਹੀ ਕਹਿ ਸਕਦੀ ਹਾਂ। ਸੋ ਇਹ ਬਹੁਤ ਹੀ, ਇਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਇੰਟਰੋਡਕਸ਼ਨ ਦਿੰਦੀ ਹਾਂ। ਜਦੋਂ ਇਹ ਹੈਡ ਆਫ ਦੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਤੋਂ ਰਹੇ ਹੈ ਤੇ ਉੱਥੇ ਐਜੂਕੇਸ਼ਨ ਪੰਜਾਬ ਹਿਸਟੋਰੀਕਲ ਡਿਪਾਰਟਮੈਂਟ ਦੇ ਵਿੱਚ ਇਹ ਅੱਜ ਕੱਲ੍ਹ ਕੰਮ ਕਰ ਰਹੇ ਨੇ। ਤੇ ਇਹਨਾਂ ਨੇ ਬਹੁਤ ਜ਼ਿਆਦਾ ਰਿਸਰਚ ਪੇਪਰ, ਕਿਤਾਬਾਂ ਵਗੈਰਾ ਲਿਖੀਆਂ। ਤੇ ਜਦੋਂ ਯੂਨੀਵਰਸਿਟੀ, ਤੁਹਾਨੂੰ ਪਤਾ ਹੀ ਹੈ, ਬਹੁਤਾ ਮੇਰੇ ਖਿਆਲ ਸ਼ਬਦਾਂ ਦੇ ਵਿੱਚ ਕਹਿਣ ਦੀ ਜ਼ਰੂਰਤ ਨਹੀਂ। ਜਦੋਂ ਯੂਨੀਵਰਸਿਟੀ ਪ੍ਰੋਫੈਸਰ ਨੇ ਤਾਂ ਇਹਨਾਂ ਦਾ ਜਿਹੜੀ ਅਕੈਡਮਿਕ ਗੱਲ ਤਾਂ ਜਿਹੜੀ ਕਰਨੀ ਕੋਈ ਇੰਨੀ ਮਾਇਨੇ ਨਹੀਂ ਰੱਖਦੀ, ਪਰ ਜਿਹੜਾ ਐਕਸਟਰਾ ਇਹ ਇੰਨਾ ਸੋਹਣਾ ਗਾਉਂਦੇ ਨੇ ਤੇ ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਹੀ ਪਿਆਰੀ ਜਿਹੜੀ ਮਾਂ ਭੈਣ, ਹਰ ਰਿਸ਼ਤੇ ਦੇ ਵਿੱਚ ਇਹ ਪਰਫੈਕਟ ਹੈ। ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਥੋੜਾ, ਇਹ ਗਾਉਂਦੇ ਬਹੁਤ ਸੋਹਣਾ, ਅਸੀਂ ਸਾਰੇ ਜਾਣਦੇ ਹਾਂ। ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕਾਨਫਰੰਸ ਅਟੈਂਡ ਕੀਤੀਆਂ, 8 ਕਾਨਫਰੰਸ ਅਟੈਂਡ ਕੀਤੀਆਂ, ਬੜੇ ਮਾਣ ਸਨਮਾਨ ਲਏ ਆ। ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਚੰਗਾ ਨਾਂ ਹੈ। ਤੇ ਮੈਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਪਲੀਜ਼ ਆਪਣੇ ਸਾਨੂੰ ਗੀਤਾਂ ਰਾਹੀਂ ਥੋੜਾ ਸਾਂਝ ਪਾਓ ਆਪਣੀ ਆਵਾਜ਼ ਦੀ, ਤੇ ਫਿਰ ਥੋੜੀ ਗੱਲ ਮੈਂ ਨਾਲ ਫੇਰ ਕਰਾਂਗੀ। ਅੱਜ ਦੇ ਇਸ ਪ੍ਰੋਗਰਾਮ ਦੇ ਹੋਸਟ ਹਰਜਸਪ੍ਰੀਤ ਜੀ, ਰਮਿੰਦਰ ਵਾਲੀਆ ਮੈਡਮ, ਸੁਰਜੀਤ ਜੀ ਤੇ ਹੋਰ ਸਾਰੇ ਸਰੋਤੇ, ਕਵਿਤਰੀਆਂ, ਮੈਂ ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਤੋਂ ਹੀ ਮੈਂ ਇਹ ਪ੍ਰੋਗਰਾਮ ਦੇ ਨਾਲ ਜੁੜੀ ਹੋਈ ਹਾਂ। ਅੱਜ ਬੜੇ ਚਾਅ ਦੇ ਨਾਲ ਜੁੜੀ ਹਾਂ। ਸਭ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ, ਇਸ ਕਾਵਿ ਮਿਲਣੀ ਨੂੰ ਸ਼ੁਰੂ ਕਰਨ ਦੇ ਲਈ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਬਹੁਤ ਵਧਾਈ ਹੈ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਜੁੜ ਕੇ। ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਤਿਹਾਸ ਦੀ ਵਿਦਿਆਰਥਣ ਹਾਂ, ਮੈਂ ਕੋਈ ਕਵਿਤਰੀ ਨਹੀਂ। ਚਲੋ ਮੈਨੂੰ ਅੱਜ ਸਪੈਸ਼ਲ ਰਿਕੁਐਸਟ ਕੀਤੀ ਸੀ, ਪਰ ਤੁਸੀਂ ਕਵਿਤਰੀ ਨਾਲੋਂ ਵੀ ਕਿਤੇ ਤੁਸੀਂ ਬਹੁਤ ਪੱਖੀ ਸਿੱਖੀ ਹੈ। ਤੁਸੀਂ ਕਵਿਤਾ ਵੀ ਲਿਖ ਲੈਂਦੇ ਹੋ, ਸਭ ਕੁਝ ਕਰ ਲੈਂਦੇ ਹੋ, ਇਸ ਕਰਕੇ ਗਾ ਵੀ ਲੈਂਦੇ ਹੋ। ਸੋ ਪਲੀਜ਼। ਹਾਂ ਨਹੀਂ, ਕੋਈ ਗੱਲ ਨਹੀਂ। ਚਲੋ ਮੈਨੂੰ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਜੁੜ ਕੇ, ਔਰ ਮੈਂ ਕਮਿਟ ਕਰਦੀ ਹਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਜੁੜੀ ਰਹਾਂਗੀ। ਇਹ ਜਿਹੜਾ ਤੁਸੀਂ ਕਾਵਿ ਮਿਲਣੀ ਪ੍ਰੋਗਰਾਮ ਕੀਤਾ ਹੈ, ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਸਾਵਨ ਤੇ ਗਾਇਆ ਹੈ ਕਿ ਸਾਵਨ ਦਾ ਮਹੀਨਾ ਚੱਲ ਰਿਹਾ ਹੈ। ਇਸ ਸਾਵਨ ਦੇ ਮਹੀਨੇ ਦੇ ਵਿੱਚ ਜਿਹੜਾ ਕਿ ਬਹਾਰ ਲੈ ਕੇ ਆਉਂਦਾ ਹੈ, ਸਾਡੇ ਸਮਾਜ ਦੇ ਵਿੱਚ ਸਾਵਨ ਦਾ ਮਹੀਨਾ ਬਹੁਤ ਮਹੱਤਤਾ ਰੱਖਦਾ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ,
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਮਹੀਨੇ ਦੀ ਬੜੀ ਮਹੱਤਤਾ ਦੱਸੀ ਜਾਂਦੀ ਹੈ। ਬਾਕੀ ਹੁਣ ਤੱਕ ਜਿੰਨੇ ਵੀ ਮੇਰੀਆਂ ਭੈਣਾਂ ਕਵਿਤਰੀਆਂ ਨੇ ਕਵਿਤਾਵਾਂ ਗਾਈਆਂ ਨੇ, ਨੂਰ ਜੀ ਹੁਣਾਂ ਨੇ ਵੀ ਕਵਿਤਾ ਗਾਈ ਹੈ। ਇਸ ਕਵਿਤਾ ਦੇ ਵਿੱਚ ਜਾਂ ਇਹਨਾਂ ਕਵਿਤਾਵਾਂ ਦੇ ਵਿੱਚ ਸਾਵਣ ਨੂੰ ਵੀ ਗਾਇਆ ਗਿਆ ਹੈ। ਇਹਨਾਂ ਕਵਿਤਾਵਾਂ ਦੇ ਵਿੱਚ ਸਮਾਜ ਦੇ ਸਾਰੇ ਸਰੋਕਾਰ, ਵੱਖ-ਵੱਖ ਸਰੋਕਾਰ ਜਿਹੜੇ ਨੇ ਉਹਨਾਂ ਦੇ ਰੰਗ ਮੈਂ ਦੇਖੇ ਨੇ। ਸਮਾਜ ਦੇ ਦੁੱਖਾਂ ਦਰਦਾਂ ਨੂੰ ਸ਼ਬਦਾਂ ਦੇ ਵਿੱਚ ਪੇਸ਼ ਕਰਨਾ ਮੈਂ ਸਮਝਦੀ ਹਾਂ ਇਹੀ ਇੱਕ ਕਵਿਤਾ ਹੈ। ਇਸੇ ਤਰ੍ਹਾਂ ਹੀ ਕਵਿਤਾ ਰਚੀ ਜਾਂਦੀ ਹੈ। ਇਹ ਜਿਹੜੇ ਕਵੀ ਆ, ਸਾਹਿਤ ਸਿਰਜਣਾ ਕਰਦੇ ਸਾਹਿਤਕਾਰ ਨੇ, ਇਤਿਹਾਸਕਾਰ ਨੇ, ਇਹਨਾਂ ਦੀ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਮੇਂ ਦੇ ਨਾਲ ਨਾਲ ਇਹ ਜੋ ਵੀ ਸਾਡੇ ਸਰੋਕਾਰ, ਸਾਡੇ ਵਿਚਾਰ, ਸਾਡੇ ਮੁੱਦੇ ਨੇ, ਉਹਨਾਂ ਮੁੱਦਿਆਂ ਤੇ ਗੱਲ ਕੀਤੀ ਜਾਵੇ। ਸੋ ਇਹਨਾਂ ਸਾਰੀਆਂ ਕਵਿਤਾਵਾਂ ਨੂੰ ਸੁਣ ਕੇ ਮੇਰਾ ਮਨ ਬਹੁਤ ਖੁਸ਼ ਹੋਇਆ। ਜਿਵੇਂ ਕਿ ਹਰਜਸ ਜੀ ਕਹਿ ਰਹੇ ਸੀ, ਮੈਂ ਬਹੁਤ ਵਾਰ ਕੈਨੇਡਾ ਵੀ ਆਈ ਹਾਂ, ਇਹਨਾਂ ਦੀਆਂ ਕਾਨਫਰੰਸਾਂ ਵੀ ਅਟੈਂਡ ਕੀਤੀਆਂ ਨੇ ਤੇ ਮੈਨੂੰ ਲੱਗਦਾ ਕਿ ਮੈਂ ਮੈਡਮ ਵਾਲੀਆ ਉਹਨਾਂ ਨੂੰ ਵੀ ਮਿਲੀ ਹੋਈ ਹਾਂ ਤੇ ਹਰਜਸ ਮੈਡਮ, ਸੁਰਜੀਤ, ਸਾਰੇ ਮੇਰੇ ਆਪਣੇ ਨੇ। ਤੇ ਮੈਂ ਇਹਨਾਂ ਦੇ ਕਹਿਣ ਤੇ ਇੱਕ ਛੋਟਾ ਜਿਹਾ ਗੀਤ ਜਿਹੜਾ ਕਿ ਸਾਹਿਤ ਦੇ ਨਾਲ ਜੁੜਿਆ ਹੋਇਆ ਹੈ, ਕਿ ਰਾਂਝੇ ਦੇ ਨਾਲ ਜੁੜਿਆ ਹੋਇਆ ਹੈ, ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗੀ। ਭੈਣ ਜੀ ਮੋਰਾ ਵੀ ਸੁਣਾ ਦਿਓ। ਮੋਰਨ ਵੀ ਸੁਣਾ ਦਿੰਦੇ ਆ, ਕੋਈ ਗੱਲ ਨਹੀਂ। ਹਾਂਜੀ ਹਾਂਜੀ, ਮੈਂ ਛੋਟਾ ਜਿਹਾ ਇੱਕ ਗੀਤ, ਮੈਂ ਕਿਹਾ ਟਾਈਮ ਦੇ ਅਕੋਰਡਿੰਗਲੀ ਜਿੰਨਾ ਵੀ ਟਾਈਮ ਹੈ। आवो निसयो रल देवो निवदाई, आवो निसयो रल देवो निवदाई, नी मैं वर पाया रांझा माही, मैं वर पाया रांझा माही, अज दा रोज मुबारक चढ़िया रांझा साडे वेड़े वड़िया, अज दा रोज मुबारक चढ़िया रांझा साडे मेले वड़िया, हथ कूंडी मोटे कंबल तरिया, चाकां वाली शक्ल बनाई, नी मैं वर पाया रांझा माई, आवो निसयो रल देवो निवदाई, नी मैं वर पाया रांझा माही। बहुत बढ़िया भैन जी, बहुत बढ़िया। एक सौदा कीता बुल्ले शाह, एक सौदा कीता पीता जहर प्याला पीता, ना कुछ लाहा टोटा लीता, ना कुछ लाहा टोटा लीता, दर्द दुखां दी गठड़ी चाई, नी मैं वर पाया रांझा माही, आवो निसयो सयो नी, आवो निसयो, आवो निसयो
आवो नी सयोरल देवो नी वदाई नी मैं वर पाया रांझा माही नी मैं वर पाया रांझा माई मैं वर पाया ਰਾਂਝਾ ਮਾਈ। ਹਾਂਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਨਾ ਹੁਣ ਇੱਕ ਜਿਨ੍ਹਾਂ ਹੋਰ ਨੇ ਮੈਨੂੰ ਇੱਕ ਬਹੁਤ ਹੋਰ ਸੋਹਣਾ ਹਾਂਜੀ ਕਿਹੜਾ ਕਿਹਾ ਸਰਜੀਤ ਜੀ ਨੇ ਦੱਸਿਆ ਸੀ ਕੋਈ, ਉਹ ਬੋਲੋ। ਇੰਨਾ ਸੋਹਣਾ ਗਾਇਆ ਤੁਸੀਂ ਭਾਬੀ ਜੀ, ਭੈਣ ਜੀ, ਗਾ ਦਿਓ, ਉਹ ਵੀ ਮੋਹਰਾ ਵੀ ਗਾ ਦਿਓ। ਸਾਵਣ ਦਾ ਮਹੀਨਾ ਇਹ ਤੇ ਮੋਹਰਾ ਦਾ ਮੋਹਰਨ ਭਾਵੇਂ ਇੱਕੋ ਵਾਲਾ। ਟੱਪਾ ਦਿਓ, ਸੁਣਾਓ ਜਰੂਰ। ਹਾਂਜੀ ਨਹੀਂ ਹਾਂਜੀ ਆਪਣੀ ਪਸੰਦ ਦਾ ਵੀ ਇੱਕ ਹੋਰ ਵੀ ਗਾਇਆ, ਰੰਗ ਦਿਖਾ ਦਿਓ 2-3 ਹਨਾ ਸਾਨੂੰ ਸਾਰਿਆਂ ਨੂੰ। ਸਾਨੂੰ ਤਾਂ ਪਤਾ ਹੀ ਹੈ ਪਰ ਦੂਸਰਿਆਂ ਨੂੰ ਵੀ ਥੋੜਾ ਜਿਹਾ ਚੰਗਾ ਲੱਗੇਗਾ। ਮਹਿਫਿਲ ਦੇ ਵਿੱਚ ਰੰਗ ਬੰਨਤਾ ਤੁਸੀਂ ਸਾਡੀ। ਮੈਂ ਤੁਹਾਡੇ ਟਾਈਮ ਦੀ ਗੱਲ ਕਰਦੀ ਆ। ਨਹੀਂ ਕੋਈ ਗੱਲ ਨਹੀਂ, ਹੈਗਾ ਇੰਨਾ ਕੁ ਟਾਈਮ ਸਾਨੂੰ ਜਲਦੀ। ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ ਕੈਂਠਾ ਪਾਵਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ ਮੋਰਾ ਕਿਉਂ ਉੱਡ ਜਾਣਾ ਵੇ ਮੋਰਾ ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਣੀਆਂ ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਣੀਆਂ ਬਾਗੀ ਘੁੰਮਣ ਦੇ ਵੇਲੇ ਵੇ ਕਲੀਆਂ ਚੁੰਮਣ ਦੇ ਵੇਲੇ ਬਾਗੀ ਘੁੰਮਣ ਦੇ ਵੇਲੇ ਵੇ ਕਲੀਆਂ ਚੁੰਮਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ ਮੋਰਾ ਕਿਉਂ ਉੱਡ ਜਾਣਾ ਵੇ ਮੋਰਾ ਮੋਰਨ ਦੇ ਕਾਰਨ ਨੀ ਮੈਂ ਚੀਰਾ ਰੰਗੋਨੀਆਂ ਮੋਰਨ ਦੇ ਕਾਰਨ ਨੀ ਮੈਂ ਚੀਰਾ ਰੰਗੋਨੀਆਂ ਚੀਰਾ ਬੰਨਣ ਦੇ ਵੇਲੇ ਵੇ ਮੇਰੀਆਂ ਮੰਨਣ ਦੇ ਵੇਲੇ ਕਿਉਂ ਉੱਡ ਜਾਣਾ ਵੇ ਮੋਰਾ ਮੋਰਾ ਕਿਉਂ ਉੱਡ ਜਾਣਾ ਵੇ ਮੋਰਾ ਕਿਉਂ ਉੱਡ ਜਾਣਾ ਵੇ ਮੋਰਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ ਭੈਣ। ਕੀ ਬਾਤ ਹੈ ਜੀ, ਬਹੁਤ ਕਮਾਲ। ਹਾਂਜੀ ਆਵਾਜ਼ ਤਾਂ ਕਮਾਲ ਦੀ ਹੈ। ਬਾਕੀ ਇਹਨਾਂ ਦਾ ਸਾਰਾ ਪਰਿਵਾਰ ਹੀ ਆਰਟਿਸਟ ਹੈਗਾ ਤੇ ਸਰਜੀਤ ਭੱਟੀ ਸਰ ਵੀ ਬੜਾ ਸੋਹਣਾ ਗਾਉਂਦੇ ਨੇ ਤੁਹਾਡੇ ਘਰ ਲਾਸਟ। ਤੇ ਮੈਂ ਦੱਸ ਦੇਵਾਂ ਥੋੜਾ ਕਿ ਸਰਜੀਤ ਭੱਟੀ ਜਿਹੜੇ ਕਿ ਡਾਕਟਰ ਸਰਜੀਤ ਭੱਟੀ ਜਿਨ੍ਹਾਂ ਨੂੰ ਮੇਰਾ ਖਿਆਲ ਹੈ ਕਿ ਸਾਹਿਤ ਦੇ ਵਿੱਚ ਉਹਨਾਂ ਦਾ ਨਾਮ ਬੜਾ ਮਸ਼ਹੂਰ ਹੈ। ਉਹਨਾਂ ਨੂੰ ਕੋਈ ਮੇਰਾ ਖਿਆਲ ਨਹੀਂ ਜਿਹੜਾ ਪੰਜਾਬੀ ਯੂਨੀਵਰਸਿਟੀ ਨਾਲ ਰਿਲੇਟਡ ਹੈ ਕੋਈ ਵੀ ਇਹੋ ਜਿਹਾ ਇਨਸਾਨ ਹੋਊਗਾ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ। ਸੋ
ਬੜੇ ਨਾਮਵਰ ਉਹ ਵੀ ਸਾਡੇ ਨਾਲ ਕਿਸੇ ਨਾ ਕਿਸੇ ਦਿਨ ਸਾਂਝ ਪਾਉਣਗੇ। ਇਹਨਾਂ ਦੀ ਬੇਟੀ ਹੈ ਜਿਹੜੀ ਉਹ ਬੜੀਆਂ ਮੱਲਾਂ ਮਾਰ ਰਹੀ ਹੈ, ਮਿਊਜ਼ਿਕ ਦੀ MA MPhil PhD ਉਹਨੇ ਕੀਤੀ ਹੈ ਤੇ ਬੜਾ ਸੋਹਣਾ ਡਾਂਸ ਕਰਦੀ ਹੈ। ਡਾਂਸ ਵੀ ਕਰ ਰਹੀ ਹੈ ਜੀ, ਡਾਂਸ ਦੀ MA ਕੀਤੀ, ਡਾਂਸ ਦੀ ਕਥਕ ਡਾਂਸ ਨੈਸ਼ਨਲ ਆਰਟਿਸਟ ਹੈ। ਬਹੁਤ ਅੱਛਾ, ਸਾਰੇ ਅਸੀਂ ਜਾਣਦੇ ਹਾਂ ਵੈਸੇ, ਪਰ ਜਿਹੜੇ ਨਹੀਂ ਜਾਣਦੇ ਮੈਂ ਉਹਨਾਂ ਦੀ ਜਾਣਕਾਰੀ ਹੈ ਦੱਸ ਰਹੀ ਹਾਂ। ਸੋ ਬਹੁਤ ਅੱਛਾ ਪਰਿਵਾਰ ਹੈ। ਅਸੀਂ ਸਮੇਂ-ਸਮੇਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੁਹਾਡੇ ਨਾਲ ਜੋੜਦੇ ਰਵਾਂਗੇ। ਤੇ ਬਹੁਤ ਧੰਨਵਾਦ ਬਲਵਿੰਦਰਜੀਤ ਜੀ। ਹਾਂਜੀ ਹਰਜਸ ਜੀ, ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਜ ਗਾਉਣ ਦਾ, ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਡਮ ਰਵਿੰਦਰ ਵਾਲੀਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਅੱਛਾ ਲੱਗਿਆ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਤੁਹਾਨੂੰ ਬੁਲਾਵਾਂਗੇ। ਪ੍ਰੀਤ ਜੀ, ਨੀਲਮ ਜੀ ਆ ਗਏ ਨੇ ਸਾਡੇ ਵਿਸ਼ੇਸ਼ ਮਹਿਮਾਨ, ਨੀਲਮ ਜੀ, ਨੀਲਮ ਬਸ਼ੀਰ ਅਹਿਮਦ ਜੀ। ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ। ਬੜੀ ਉਡੀਕ ਸੀ ਨੀਲਮ ਜੀ ਦੀ ਸਾਨੂੰ। ਹਾਂਜੀ ਰੌਣਕਾਂ ਲਾਓ। ਹਾਂਜੀ ਰੌਣਕਾਂ ਲਾਉਣਗੇ, ਪਰ ਉਸ ਤੋਂ ਪਹਿਲਾਂ ਮੈਂ ਜਿਹੜੇ ਸੋਨੀਆ ਭਾਰਤੀ ਜਾਂ ਮਕਸੂਦ ਚੌਧਰੀ ਜੀ ਸਾਡੇ ਨਾਲ ਹੈ ਕਿ ਨਹੀਂ? ਨਜ਼ਰ ਨਹੀਂ ਆਏ। ਸੋਨੀਆ ਭਾਰਤੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਕਵੀ ਹੋ ਚੁੱਕੇ ਕਿ ਉਹਨਾਂ ਦੇ ਸ਼ਮੂਲੀਅਤ ਹੋ ਚੁੱਕੀ ਹੈ ਸਾਰਿਆਂ ਦੀ ਕਿ ਨਹੀਂ। ਮੇਰੇ ਨਾਲ ਮਕਸੂਦ ਚੌਧਰੀ ਜੀ ਤੇ ਸਤਵੀਰ ਸਾਂਝੀ ਹੈਗੇ ਨੇ, ਚੌਧਰੀ ਸਾਹਮਣੇ ਨਜ਼ਰ ਆਏ ਮੈਨੂੰ, ਤੇ ਸਤਵੀਰ ਆਏ ਹੋਏ ਨੇ। ਸੋਨੀਆ ਭਾਰਤੀ, ਹਾਂਜੀ ਆਏ ਹੋਏ ਨੇ। ਪ੍ਰੀਤ ਜੀ ਸੋਨੀਆ ਭਾਰਤੀ ਜੀ ਹੱਥ ਸੋਨੀਆ ਉੱਪਰ ਕਰ ਭਾਰਤੀ ਰਹੇ ਜੀ ਨੇ। ਕੋਲੋਂ ਸੁਣ ਲਓ। ਹਾਂਜੀ ਸੋਨੀਆ ਭਾਰਤੀ ਜੀ ਪਲੀਜ਼ ਤੁਸੀਂ ਸਾਡੇ ਨਾਲ ਸਾਂਝ ਤੇ ਆਪਣੇ ਬਾਰੇ ਥੋੜੀਆਂ 2 ਲਾਈਨਾਂ ਦੇ ਵਿੱਚ ਪਲੀਜ਼ ਹਾਜ਼ਰੀ ਲਵਾ ਕੇ ਨਾਲ ਤੁਸੀਂ ਆਪਣੀ ਕਵਿਤਾ ਦਾ ਵੀ ਰੰਗ ਸਾਨੂੰ ਸੁਣਾਓ। ਵੈਲਕਮ ਸੋਨੀਆ ਜੀ। ਸਵਾਗਤ ਹੈ ਜੀ। ਸੌਰੀ ਮੇਰੇ ਕੋਲ ਤੁਹਾਡਾ ਬਾਇਓਡਾਟਾ ਨਹੀਂ ਸੀ। ਤੁਸੀਂ ਆਪਣੇ ਸ਼ਬਦਾਂ ਰਾਹੀਂ ਆਪਣੀ ਇੰਟਰੋਡਕਸ਼ਨ ਪਲੀਜ਼ ਜ਼ਰੂਰ ਦਿਓ ਸਾਨੂੰ। ਸੋਨੀਆ ਜੀ ਅਨਮਿਊਟ ਕਰੋ ਪਲੀਜ਼। ਹਾਂਜੀ ਅਨਮਿਊਟ ਹੈ ਜੀ। ਸੋਨੀਆ ਅਨਮਿਊਟ ਹੋ ਗਿਆ ਹਾਂਜੀ ਸਵਾਗਤ ਹੈ ਜੀ। ਥੈਂਕ ਯੂ ਮੈਮ, ਥੈਂਕ ਯੂ ਮੈਮ। ਜਿੰਨੀਆਂ ਇੱਥੇ ਮਹਾਨ ਹਸਤੀਆਂ ਬੈਠੀਆਂ ਹੋਈਆਂ ਸਭ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂਲ ਹਾਂ ਬਿਲਕੁਲ। ਔਰ ਮੈਂ ਬਹੁਤ ਛੋਟੀ ਜਿਹੀ ਰਾਈਟਰ ਅਜੇ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਜਲੰਧਰ ਤੋਂ ਹਾਂ ਔਰ ਮੈਂ ਬੇਸਿਕਲੀ 2-3000 ਪੋਇਮ ਲਿਖੇ ਹੋਏ हैं, गीत और पोएम्स छोटे ਜਿਹੇ ਨਹੀਂ। ਮੈਂ 2012 ਤੋਂ ਲਿਖ ਰਹੀ ਹਾਂ ਔਰ ਫਿਲਹਾਲ ਅਜੇ ਕੋਈ ਬੁੱਕ ਲਿਖਣ ਦਾ ਮੌਕਾ ਨਹੀਂ ਮਿਲਿਆ। ਪ੍ਰੋਫੈਸ਼ਨਲੀ ਮੈਂ ਇੱਕ ਟੀਚਰ ਹਾਂ ਔਰ ਕੁਝ ਕਲਚਰਲ ਐਕਟੀਵਿਟੀਜ਼ ਜੋ ਹੈ ਉਹਨਾਂ ਦੇ ਵਾਸਤੇ ਵੀ ਕੰਮ ਕਰ ਰਹੀ ਹਾਂ। ਕੁਝ ਫੰਕਸ਼ਨਸ ਵਗੈਰਾ ਆਰਗੇਨਾਈਜ਼ ਕਰਦੇ ਰਹਿੰਦੇ ਹਾਂ ਆਪਾਂ ਸਿਟੀ ਲੈਵਲ ਤੇ, ਔਰ ਜਿੱਦਾਂ ਕਈ ਬੱਚੇ ਸਕੂਲਸ ਤੇ ਕਾਲਜਸ ਤੇ ਉਹਨਾਂ ਨੂੰ ਪਾਰਟਿਸਿਪੇਟ ਕਰਾਉਂਦੇ ਉਹਦੇ ਚ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਕੁਆਲਿਟੀਜ਼ ਹੈ ਜਾਂ ਉਹਨਾਂ ਦੇ ਜੋ ਵੀ ਟੈਲੈਂਟ ਹੈਗਾ ਉਹ ਬਾਹਰ ਲਿਆਇਆ ਜਾ ਸਕੇ। ਅਦਰਵਾਈਜ਼ ਠੀਕ ਹੈ, ਮੈਂ ਸੋਸ਼ਲ ਗੈਦਰਿੰਗਸ ਜਾਂ ਜਿੰਨੇ ਵੀ ਫੰਕਸ਼ਨਸ ਹੁੰਦੇ ਆ ਉਹਨਾਂ ਵਿੱਚ ਜਾਣਾ ਪਸੰਦ ਕਰਦੀ ਹਾਂ ਔਰ ਦੂਜੇ ਕੋਲੋਂ ਸਿੱਖਣਾ ਪਸੰਦ ਕਰਦੀ ਹਾਂ ਜ਼ਿਆਦਾ। ਜਿਵੇਂ ਮੈਮ ਹੁਣ ਗਾ ਰਹੇ ਸੀ, ਉਹਨਾਂ ਨੂੰ ਸੁਣ ਕੇ ਬਹੁਤ ਮਜ਼ਾ ਆਇਆ, ਪੁਰਾਣੇ ਦਿਨ ਯਾਦ ਆ ਗਏ। ਰਾਈਟ, मैं शुरू कर दी है 2 लाइन्स तो कि हाले दिल सुनाने को चलो कुछ लफ्ज बोलते हैं, बनेगा फलसफा जो भी उसे मिलके पहनते हैं। पहली मेरी कविता सिप्पियां। सिप्पियां समुंदर किनारे मेरे पैरां हेठ चुभ रही सी। सिप्पियां समुंदर किनारे मेरे पैरां हेठ चुभ रही सी। शायद समझाना चाहदियां सी कि उन्हां दी जगह ਸਮੁੰਦਰ ਚ ਹੈ, ਕਿਨਾਰੇ ਤੇ ਨਹੀਂ। ਪਰ ਸਮੁੰਦਰ ਤਾਂ ਮਰੇ ਜੀਵਾਂ ਨੂੰ ਤਿਆਗ ਦਿੰਦਾ ਹੈ, ਚਾਹੇ ਮਰੇ ਜੀਵਾਂ ਦਾ ਮੋਹ ਟੁੱਟਿਆ ਹੋਵੇ ਜਾਂ ਨਾ। ਸ੍ਰਿਸ਼ਟੀ ਦਾ ਨਿਯਮ ਜੋ ਹੋਇਆ, ਮਰੇ ਹੋਏ ਆਪਣੇ ਵੀ ਸਾਨੂੰ ਇੱਕ ਰਾਤ ਨਹੀਂ ਪਾਉਂਦੇ। ਇਹ ਤਾਂ ਫਿਰ ਸਮੁੰਦਰ ਹੈ। ਸਿੱਪੀਆਂ ਦਾ ਦਰਦ ਜਾਇਜ਼ ਹੈ, ਕਿਸ ਨੂੰ ਚੰਗਾ ਲੱਗਦਾ ਹੈ ਵਿਛੜਨਾ। ਮੈਂ ਪੈਰਾਂ ਚ ਖੁੱਬਦੀਆਂ ਮਰੀਆਂ ਦੇ ਹਾਂ ਸਮੁੰਦਰ ਚ ਮੁੜ ਸੁੱਟੀਆਂ, ਪਰ ਸਮੁੰਦਰ ਨੇ ਇਨਕਾਰ ਦਿੱਤਾ ਅਪਣਾਉਣ ਤੋਂ। ਸ੍ਰਿਸ਼ਟੀ ਦਾ ਨਿਯਮ ਜੋ ਹੋਇਆ, ਸਿੱਪੀਆਂ ਮੈਨੂੰ ਇਹ ਕਹਿੰਦੀਆਂ ਨੇ ਸਿੱਪੀਆਂ। ਬਹੁਤ ਖੂਬਸੂਰਤ, ਬਹੁਤ ਅੱਛਾ। ਔਰ ਇੱਕ ਛੋਟੀ ਜਿਹੀ ਕਵਿਤਾ ਹੋਰ ਹੈ, तो सेकंड अगर परमिशन होए तो मैम सुनाओ। हाँ जी, 1 मिनट का टाइम है, सुनाओ। राइट मैम। एक लफ्ज सुरमे दी ले आनी मेरे नैना ताई पौन नू सुपना
ਸੁਰਮਾ ਸੁਪਨਿਆਂ ਦਾ ਇੱਕ ਲਪ ਲੈ ਆਣੀ ਮੇਰੇ ਨੈਣਾ ਤਾਈ ਪਾਉਣ ਨੂੰ, ਸੁਰਮਾ ਸੁਪਨਿਆਂ ਦਾ ਆਖ ਲਲਾਰੀ ਨੂੰ ਮੇਰੇ ਸਾਲੂ ਰੰਗ ਚੜਾ ਦੇ ਰੰਗਲਾ ਮਾਹੀ ਦਾ, ਆਖ ਲਲਾਰੀ ਨੂੰ ਮੇਰੇ ਸਾਲੂ ਰੰਗ ਚੜਾ ਦੇ ਰੰਗਲਾ ਮਾਹੀ ਦਾ। ਵੈਦ ਬੁਲਾਓ ਜੀ ਮੈਨੂੰ ਨੀਂਦ ਬੇਹੋਸ਼ੀ ਚੜ ਗਈ, ਵੈਦ ਬੁਲਾਓ ਜੀ ਮੈਨੂੰ ਨੀਂਦ ਬੇਹੋਸ਼ੀ ਚੜ ਗਈ ਇਸ਼ਕ ਖੁਮਾਰੀ ਦੀ। ਬਾਬੂ ਲਾਖੋ ਜੀ ਮੇਰੀ ਖੇੜਿਆਂ ਨੂੰ ਨਾ ਤੋਰੇ ਡੋਲੀ ਸ਼ਗਨਾਂ ਦੀ, ਬਾਬੂ ਲਾਖੋ ਜੀ ਮੈਨੂੰ ਮੇਰੀ ਖੇੜਿਆਂ ਤਾਂ ਨਾ ਤੋੜੇ ਡੋਲੀ ਸ਼ਗਨਾਂ ਦੀ। ਰਾਂਝਾ ਸੱਦੋ ਜੀ ਮੇਰੇ ਨਸ ਨਸ ਚੜਦੀ ਜਾਵੇ ਭੀੜ ਜੁਦਾਈ ਦੀ। ਮਾਰ ਮੁਕਾਵੋ ਜੀ ਜੇ ਨਹੀਂ ਉਸ ਲੈਣੀ ਸਾਰ ਬਿਰਹਾ ਮਾਰੀ ਦੀ, ਮਾਰ ਮੁਕਾਵੋ ਜੀ ਜੇ ਨਹੀਂ ਉਸ ਲੈਣੀ ਸਾਰ ਬਿਰਹਾ ਮਾਰੀ ਦੀ। ਝਲਕ ਦਿਖਾਵੋ ਜੀ ਰਾਂਝਣ ਦੇਖਣ ਦੀ ਰੀਝ ਮੁੱਕਦੇ ਸਾਹਾਂ ਦੀ, ਝਲਕ ਦਿਖਾਵੋ ਜੀ ਰਾਂਝਣ ਦੇਖਣ ਦੀ ਰੀਝ ਮੁੱਕਦੇ ਸਾਹਾਂ ਦੀ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਵਧੀਆ ਜੀ ਬਹੁਤ ਅੱਛਾ ਤੁਸੀਂ ਆਪਣੀ ਕਵਿਤਾ ਸੁਣਾਈ ਸਾਨੂੰ। ਅਗਲੇ ਜਿਹੜੇ ਹੈਗੇ ਆ ਸਾਡੇ ਲੋਕਲ ਸਾਡੇ ਟੋਰਾਂਟੋ ਦੇ ਮਾਣ ਸਤਿਕਾਰਯੋਗ ਰਿਸ਼ਪਾਲ ਕੌਰ ਗਿੱਲ ਜੀ। ਪ੍ਰੀਤ ਜੀ ਇਹਨਾਂ ਬਾਅਦ ਸੇ ਬੋਲਣਾ ਹੈ, ਇਹਨਾਂ ਨੇ ਕਲੋਜ਼ ਕਰਨਾ ਹੈ, ਇਹ ਬਾਅਦ ਸੇ ਸੁਣਾਣਗੇ। ਤੁਸੀਂ ਲਵੋ ਸਤਿਕਾਰ ਸਾਂਝ। ਨੀਲਮ ਜੀ ਨੂੰ ਲਵੋ ਪਹਿਲੇ। ਹਾਂ ਮੈਂ ਨੀਲਮ ਜੀ ਨੂੰ ਮੈਂ ਕਹਿੰਦੀ ਸੀ ਕਿ ਐਂਡ ਤੇ ਲੈਂਦੇ ਤੇ ਸਾਰਿਆਂ ਨੂੰ ਪਹਿਲਾਂ ਉਹਨਾਂ ਦੇ ਗੈਸਟ ਠੀਕ ਹੈ। ਹਾਂਜੀ ਨੀਨਾ ਸੈਣੀ ਵੀ ਲਾਈਨ ਚ ਹੈ ਜੀ। ਹਾਂਜੀ ਨੀਨਾ ਸੈਣੀ ਜੀ ਤੁਸੀਂ ਫਿਰ ਉਸ ਤੋਂ ਬਾਅਦ ਨੀਲਮ ਸੈਣੀ ਨੂੰ ਬੁਲਾ ਲਓ। ਹਾਂਜੀ ਹਾਂਜੀ ਨੀਨਾ ਸੈਣੀ ਜੀ ਮੈਂ ਵੀ ਇੱਥੇ ਹੀ ਹਾਂ ਜੀ। ਸਤਵੀਰ ਸਾਂਝ ਯਾਦ ਹੈ ਕੋਈ ਨਹੀਂ ਹੁਣ ਸਭ ਨੂੰ ਨਹੀਂ ਪਹਿਲਾਂ ਅਸੀਂ ਨਾਮ ਮੈਂ ਬੋਲਿਆ ਸੀ। ਚਲੋ ਸਤਵੀਰ ਜੀ ਦੋਨੋਂ ਫਿਰ ਤਿਆਰ ਹਨ। ਨੀਨਾ ਜੀ ਤੋਂ ਬਾਅਦ ਸਤਵੀਰ ਜੀ। ਹਾਂਜੀ ਦੋ ਤਿੰਨ ਹੀ ਰਹਿ ਗਏ। ਹਾਂਜੀ ਨੀਨਾ ਜੀ। ਹਾਂਜੀ ਹਾਂਜੀ ਰਮਿੰਦਰ ਬਾਰੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਇਹਨਾਂ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਇਸ ਆਨਲਾਈਨ ਮਿਲਨ ਸਭਾ ਵਿੱਚ ਸਾਰਿਆਂ ਨੂੰ ਬਹੁਤ ਸਤਿਕਾਰ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਤੇ ਮੈਂ ਹੁਣ ਆਪਣੀ ਕਵਿਤਾ ਸ਼ੁਰੂ ਕਰਦੀ ਹਾਂ। ਉਮਰਾਂ ਦੀ ਸ਼ਾਮ। ਪ੍ਰੀਤ ਨੇ ਤੁਸੀਂ ਦੱਸ ਦਿਓ ਆਪ ਇੰਟਰੋਡਕਸ਼ਨ ਥੋੜੀ ਜੀ। ਹਾਂਜੀ ਇੰਟਰੋਡਕਸ਼ਨ ਹੈ ਆਪਣਾ ਮੈਂ ਭੇਜੀ ਹੋਈ ਸਭ ਤੋਂ ਪਹਿਲੇ ਇਹਨਾਂ ਦੀ ਭੇਜੀ ਸੀ। ਹਾਂਜੀ ਕੋਈ ਨਹੀਂ ਬੋਲੋ ਨੀਨਾ। ਆਵਾਜ਼ ਨਹੀਂ ਆ ਰਹੀ। ਹਾਂਜੀ ਮੈਂ ਜੀ ਨੀਨਾ ਸੈਣੀ ਲੈਕਚਰਰ ਹਾਂ। ਇੰਟਰੋਡਕਸ਼ਨ ਪਲੀਜ਼ ਆਪ ਥੋੜੇ ਦੋ ਸ਼ਬਦਾਂ ਚ ਦਿਓ ਤੇ ਕਿਉਂਕਿ ਅਚਾਨਕ ਮੈਂ ਆਪਣੇ ਸੀਕੁਐਂਸ ਦੇ ਵਿੱਚ ਚੱਲ ਰਹੀ ਸੀ ਤੇ ਫਿਰ ਤੁਹਾਡਾ ਨਾਮ ਆ ਗਿਆ ਤੇ ਕੋਈ ਗੱਲ ਨਹੀਂ ਤੁਸੀਂ ਠੀਕ ਹੈ ਜੀ ਠੀਕ ਹੈ। ਮੈਂ ਡਾਕਟਰ ਨੀਨਾ ਸੈਣੀ ਚੰਡੀਗੜ੍ਹ ਤੋਂ ਲੈਕਚਰਰ ਹਾਂ ਪੰਜਾਬੀ ਚ ਚੰਡੀਗੜ੍ਹ ਵਿੱਚ ਤੇ ਨਾਲ ਹੀ ਐਸਟ੍ਰੋਲੋਜੀ ਦੇ ਵਿੱਚ ਵੀ ਇੰਟਰਸਟ ਰੱਖਦੀ ਹਾਂ ਤੇ PhD ਮੈਂ ਐਸਟ੍ਰੋਲੋਜੀ ਤੇ ਵਾਸਤੂ ਵਿੱਚ ਕੀਤੀ ਹੈ। ਇਸ ਖੇਤਰ ਦੇ ਵਿੱਚ ਮੈਂ ਨਿਊਮਰੋਲੋਜੀ, ਰੇਕੀ ਗ੍ਰੈਂਡ ਮਾਸਟਰ, ਟੈਰੋ ਕਾਰਡ ਰੀਡਰ, ਪਾਸਟ ਲਾਈਫ ਰਿਗਰੈਸ਼ਨ, ਕ੍ਰਿਸਟਲ ਥੈਰੇਪੀ, ਵਾਸਤੂ, ਫੈਂਗ ਸ਼ੂਈ, ਪਾਮਿਸਟਰੀ, ਫੇਸ ਰੀਡਰ, ਇਮੋਸ਼ਨਲ ਫ੍ਰੀ ਟੈਕਨੀਕ ਇਹ ਸਾਰੇ ਹੀ ਕੋਰਸ ਕੀਤੇ ਹੋਏ ਆ ਔਰ ਮੈਨੂੰ ਇਹਨਾਂ ਕੋਰਸਿਸ ਦੇ ਵਿੱਚ ਕਮ ਸੇ ਕਮ 13-14 ਸਾਲ ਹੋ ਗਏ ਮੈਨੂੰ ਇਹਨਾਂ ਕੋਰਸਿਸ ਦੇ ਵਿੱਚ। ਮੇਰਾ ਇੰਟਰਸਟ ਬਣਿਆ ਸੀ ਤਾਂ ਮੈਂ ਇਸ ਪਾਸੇ ਆਈ ਤੇ ਨਾਲ ਹੀ ਨਾਲ ਮੇਰਾ ਕਵਿਤਾ ਲਿਖਣ ਦੇ ਵਿੱਚ ਵੀ ਇੰਟਰਸਟ ਬਣਿਆ ਜੋ ਮੈਂ ਤੁਹਾਡੇ ਸਾਹਮਣੇ ਅੱਜ ਪੇਸ਼ ਕਰਾਂਗੀ। ਉਮਰਾਂ ਦੀ ਸ਼ਾਮ। ਜ਼ਿੰਦਗੀ ਦੇ ਉਸ ਪੜਾਅ ਤੇ ਪਹੁੰਚ ਚੁੱਕੇ ਹਾਂ ਜਿੱਥੇ ਅਸੀਂ ਆਪਣੀ ਸਰਕਾਰੀ ਨੌਕਰੀ ਕਹਿ ਲਓ, ਘਰ ਦੇ ਕੰਮਾਂ ਕਾਰਾਂ ਜ਼ਿੰਮੇਵਾਰੀਆਂ ਤੋਂ ਆਪਾਂ ਵਿਦਾ ਲੈਣਾ ਚਾਹੁੰਦੇ ਹਾਂ। ਉਹ ਹੈ ਉਮਰਾਂ ਦੀ ਸ਼ਾਮ। ਸ਼ਾਮ ਜ਼ਿੰਦਗੀ ਦੀ ਕਈ ਸੁਨੇਹੇ ਹੈ ਦੇ ਗਈ, ਬੀਤ ਚੱਲੀ ਹੈ ਬਹੁਤੀ ਹੁਣ ਥੋੜੀ ਹੀ ਰਹਿ ਗਈ। ਸ਼ਾਮ ਜ਼ਿੰਦਗੀ ਦੀ ਕਈ ਸੁਨੇਹੇ ਹੈ ਦੇ ਗਈ, ਬੀਤ ਚੱਲੀ ਹੈ ਬਹੁਤੀ ਹੁਣ ਥੋੜੀ ਹੀ ਰਹਿ ਗਈ। ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ, ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ। ਸਮੇਟ ਲੈ ਅਧੂਰੇ ਕੰਮ, ਸਮੇਟ ਲੈ ਅਧੂਰੇ ਕੰਮ ਇਹ ਕਹਿ ਗਈ। ਪੂਰੀ ਕਰ ਲੈ ਜੋ ਹਸਰਤ
ਰਹਿ ਗਈ। ਆ ਗਈਆਂ ਨੇ ਕਈ ਉਮਰ ਦੀਆਂ ਨਿਸ਼ਾਨੀਆਂ, ਆ ਗਈਆਂ ਨੇ ਕਈ ਉਮਰ ਦੀਆਂ ਨਿਸ਼ਾਨੀਆਂ, ਢਲੀ ਸ਼ਾਮ ਜ਼ਿੰਦਗੀ ਦੀ ਇਹ ਕਹਿ ਗਈ, ਢਲੀ ਸ਼ਾਮ ਜ਼ਿੰਦਗੀ ਦੀ ਇਹ ਕਹਿ ਗਈ, ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ। ਜਦ ਮਾਰਦੀ ਹਾਂ ਝਾਤ ਜ਼ਿੰਦਗੀ ਤੇ, ਜਦ ਮਾਰਦੀ ਹਾਂ ਝਾਤ ਜ਼ਿੰਦਗੀ ਤੇ, ਕੀ ਗਵਾਇਆ ਤੇ ਕੀ ਖੱਟਿਆ ਜ਼ਿੰਦਗੀ। ਅਧੂਰੇ ਸੁਪਨਿਆਂ ਦੀ ਇਹ ਜ਼ਿੰਦਗੀ, ਗਮਾਂ ਖੁਸ਼ੀਆਂ ਨਾਲ ਭਰੀ ਇਹ ਜ਼ਿੰਦਗੀ, ਅਧੂਰੇ ਸੁਪਨਿਆਂ ਦੀ ਇਹ ਜ਼ਿੰਦਗੀ, ਗਮਾਂ ਖੁਸ਼ੀਆਂ ਨਾਲ ਭਰੀ ਇਹ ਜ਼ਿੰਦਗੀ, ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ। ਵਾਹ ਜੀ ਵਾਹ। ਆਹਾਂ ਦਾ ਧੂਆਂ ਬੱਦਲ ਬਣ ਬਰਸਿਆ, ਬਿਨਾ ਮੇਰੀ ਅੱਖ ਦੇ ਕਿਸੇ ਹੋਰ ਨਾ ਦੇਖਿਆ। ਨੀਨਾ ਵਕਤ ਲਹਿਰਾਂ ਦੇ ਕਾਫਲੇ ਵਾਂਗ ਬੀਤ ਚੱਲਿਆ, ਵਕਤ ਲਹਿਰਾਂ ਦੇ ਕਾਫਲੇ ਵਾਂਗ ਬੀਤ ਚੱਲਿਆ, ਜੀਵਨ ਮੇਰਾ ਤੇਰੇ ਹੁਕਮ ਹੇਠ ਬੀਤ ਚੱਲਿਆ, ਜੀਵਨ ਮੇਰਾ ਤੇਰੇ ਹੁਕਮ ਹੇਠ ਬੀਤ ਚੱਲਿਆ, ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ, ਹੱਸਦੀ ਹੋਈ ਅੱਜ ਉਮਰ ਇਹ ਕਹਿ ਗਈ। ਧੰਨਵਾਦ ਦੋਸਤੋ, ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ। ਵਾਹ, ਬਹੁਤ ਧੰਨਵਾਦ ਜੀ ਤੁਹਾਡਾ। ਸਤਵੀਰ ਸਾਂਝ ਇਟਲੀ ਤੋਂ ਜੀ। ਹਾਂਜੀ ਸਤਵੀਰ ਜੀ ਵੈਲਕਮ, ਅਨਮਿਊਟ ਕਰੋ ਆਪਣੇ ਆਪ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ। ਆਪਣੇ ਬਾਰੇ ਹਾਂਜੀ ਮੇਰਾ ਨਾਮ ਜੀ ਸਤਵੀਰ ਕੌਰ ਸਾਂਝ ਮੈਨੂੰ ਦਿੱਤਾ ਗਿਆ ਆ ਮੇਰੇ ਗੁਰੂ ਜੀ ਵੱਲੋਂ, ਉਸਤਾਦ ਹਰਵਿੰਦਰ ਊੜਪੁਰੀ ਜੀ, ਤੇ ਮੈਂ ਬਿਲੋਂਗ ਕਰਦੀ ਹਾਂ ਜੀ ਟਾਂਡਾ ਊੜਮੁੜ ਪੰਜਾਬ ਤੋਂ। ਹਾਂਜੀ। ਤੇ ਇਸ ਟਾਈਮ ਮੈਂ ਇਟਲੀ ਵਿੱਚ ਰਹਿ ਰਹੀ ਹਾਂ। ਚਲੋ ਥੋੜਾ ਬਹੁਤਾ ਵਿੱਚ ਪਾਰਟ ਟਾਈਮ ਜੌਬ ਕੀਤੀ ਤੇ ਬੱਚਿਆਂ ਕਰਕੇ ਹੁਣ ਫੁੱਲ ਟਾਈਮ ਮਦਰ ਤੇ ਛੋਟੇ ਬੇਟੇ ਕਰਕੇ ਹਜੇ ਤੱਕ ਘਰ ਆ। ਤੇ ਹਾਂਜੀ, ਕਵਿਤਾ ਕੋਲ ਮੈਂ ਨਹੀਂ ਗਈ, ਕਵਿਤਾ ਮੇਰੇ ਕੋਲ ਹੀ ਚੱਲ ਕੇ ਆ ਗਈ। ਦੋ ਬੂੰਦ ਅੱਖਾਂ ਦਾ ਪਾਣੀ ਤੇ ਚਾਰ ਕੁ ਅੱਖਰਾਂ ਦੀ ਸਾਂਝ, ਇੰਨਾ ਕੁ ਰਿਸ਼ਤਾ ਮੇਰਾ ਤੇ ਕਵਿਤਾ ਦਾ। ਸਾਵਣ ਮਹੀਨੇ ਤੇ ਵੀ ਮੈਂ ਲਿਖਿਆ ਆ, ਉਹ ਹਾਂਜੀ ਤੁਹਾਡੇ ਪੇਸ਼ ਕਰ ਰਹੀ ਹਾਂ। ਆਇਆ ਸੌਣ ਮਹੀਨਾ ਬੱਚਿਆਂ ਦੀ ਹੈ ਭੂਆ ਆਈ, ਆਇਆ ਸੌਣ ਮਹੀਨਾ ਬੱਚਿਆਂ ਦੀ ਹੈ ਭੂਆ ਆਈ, ਬਾਬਲ ਵੇੜੇ ਲੱਗੀਆਂ ਰੌਣਕਾਂ ਦਾਦੀ ਦੀ ਹੈ ਲਾਡੋ ਆਈ। ਭਾਬੋ ਆਖੇ ਸੂਟ ਸਵਾ ਲੈ ਮੰਨ ਲੈ ਅੜੀਏ ਮੇਰਾ ਕਹਿਣਾ, ਮਾਂ ਦੇਵੇ ਨੋਟਾਂ ਦੀ ਥੱਦੀ ਜਾ ਬਣਾ ਲੈ ਤੂੰ ਕੋਈ ਗਹਿਣਾ, ਨਾਮ ਆਏ ਮੈਂ ਕੁਝ ਨਹੀਂ ਲੈਣਾ 4 ਕੁ ਦਿਨ ਬਸ ਪੇਕੇ ਰਹਿਣਾ, ਧੀ ਹੁੰਦੀ ਬਸ ਮੋਹ ਦੀ ਭੁੱਖੀ ਮੂੰਹੋਂ ਧੀਆਂ ਕੁਝ ਨਹੀਂ ਕਹਿਣਾ। ਕੰਧਾਂ ਵੱਲ ਨੂੰ ਝਾਕਣ ਲੱਗੀ ਵੇਖ ਰਹੀ ਟਿਕ ਟਕੀ ਲਗਾਈ, ਅੰਦਰੋਂ ਅੰਦਰੀ ਸੋਚ ਰਹੀ ਹੈ ਮੇਰੀ ਕੋਈ ਫੋਟੋ ਨਹੀਂ ਲਾਈ। ਕਦੇ ਮੇਰਾ ਘਰ ਸੀ ਹੁੰਦਾ ਹੁਣ ਮੈਂ ਹੋ ਗਈ ਲੱਗਾ ਪਰਾਈ, ਆਂਢ ਗੁਆਂਢ ਸੀ ਨੱਚਦੀ ਗਾਉਂਦੀ ਝਿੜਕਾਂ ਮਾਰਦੀ ਸੀ ਮੈਨੂੰ ਤਾਈ। ਖੈਰ ਮੰਗਣ ਬਾਬਲ ਵੇੜੇ ਦੀ ਬੇਸ਼ੱਕ ਧੀਆਂ ਧਨ ਪਰਾਇਆ, ਰੌਣਕ ਖੁਸ਼ੀਆਂ ਤੇ ਖੇੜੇ ਦੀ ਬਾਬਲ ਦਾ ਹੁੰਦੀਆਂ ਸਰਮਾਇਆ। ਧੀਆਂ ਤਾਈਂ ਸਤਿਕਾਰੀਏ ਲੋਕੋ ਭੁੱਖ ਵਿੱਚ ਕਦੇ ਨਾ ਮਾਰੀਏ, ਧੀਆਂ ਪਿਆਰ ਲੋੜਦੀਆਂ ਦੂਣਾ ਕਰ ਕਰ ਮੋੜਦੀਆਂ, ਧੀਆਂ ਪਿਆਰ ਲੋੜਦੀਆਂ ਦੂਣਾ ਕਰ ਕਰ ਮੋੜਦੀਆਂ। ਵਾਹ ਵਾਹ ਵਾਹ, ਬਹੁਤ ਹਾਂਜੀ, ਇੱਕ ਹੋਰ ਕਵਿਤਾ ਔਰਤ ਦੇ ਧੀ ਦੇ ਦਰਦ ਤੇ ਹੈ ਜੀ। ਇੱਕ ਦਿਨ ਮੈਨੂੰ ਸੁਪਨਾ ਆਇਆ ਆ ਕਿਸੇ ਬੂਹਾ ਖੜਕਾਇਆ, ਇੱਕ ਦਿਨ ਮੈਨੂੰ ਸੁਪਨਾ ਆਇਆ ਆ ਕਿਸੇ ਬੂਹਾ ਖੜਕਾਇਆ, ਉੱਠ ਕੇ ਜਦ ਮੈਂ ਖੋਲਿਆ ਬੂਹਾ ਰੱਬ ਸੀ ਅੰਦਰ ਵੱਲ ਨੂੰ ਆਇਆ। ਮੈਂ ਸੀ ਹੱਕੀ ਬੱਕੀ ਰਹਿ ਗਈ ਪੁੱਛ ਬੈਠੀ ਕਿਵੇਂ ਫੇਰਾ ਪਾਇਆ, ਰੱਬ